बहुत अजीज ਅਤੇ ਛੋਟੇ ਵੀਰ ਸਰਦਾਰ ਗੁਰਸੇਵਕ ਸਿੰਘ ਮਾਨ ਉਹ ਆ ਕੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨ। ਸਰਦਾਰ ਗੁਰਸੇਵਕ ਸਿੰਘ ਮਾਨ टाइम की शॉर्टेज करके मान साहब तो माफ़ी मंग ली है मान साहब ने। हुण मैं बेनती करा श्रोमणी कमेटी के मैंबर साहबान बहुत मान ते सत्कारयोग सरदार दर्शन सिंह मोठा वाला वो आके अपने विचार संगतां नाल साझे कर। बहुत ही सत्कारयोग साबका चीफ मिनिस्टर सरदार सुखबीर सिंह जी बादल साहब, श्रोमणी अकाली दल के प्रधान साहब, साबका मिनिस्टर सरदार जरमेजा सिंह जी शेखों साहब, इस हल्के के नवे बने जिला जथेदार साहब बलदेव सिंह जी मान, साहब प्रीतम सिंह जी मलसीहा, मंटू वोहरा जी, होर सारे ही लीडर साहबान ते प्रधान साहबान, प्रैस वाले ते मेरे सामने बैठे बहुत ही सत्कारयोग भराओ, फतेह का जवाब फतेह दिया जे। वाहिगुरू जी का खालसा वाहिगुरू जी की फतेह। मैं इथों पहला बोलने वाले बुलारिया ने तुहानू दस्या ते तुसीं बड़े प्रेम नाल ते बड़ा सत्कार साहब सुखबीर सिंह जी बादल साहब दे स्नेह ते इत्थे पहुंचे उन्हां दे विचार सुनने वास्ते। अज दा माहौल आपां नूं पता है, ਜਿਹੜਾ किसान यूनियन ते किसानां ते पंजाब ते ਵੱਡੇ बड़े काले कानून थोपे गए है, उन्होंने सारा पंजाब संघर्ष कर रहा है, जिहदे हर पार्टी हर वर्ग उन्होंने नाल है। पर कुछ पार्टियां अपना मतलब सिद्धा कर लई अकाली दल नूं बदनाम करदे सी कि यह उन्हां दे नाल है ते बिल्लां नूं वापस नहीं कराउंदे। साहब सुखबीर सिंह बादल साहब अपने 2 MP सी भराओ, उदों आपां भुल जांदे आ 2 MP सी साहब सुखबीर सिंह जी बादल साहब, बीबा हरसिमरत कौर जी ਜਿਹੜੇ ਉੱਥੋਂ ਦੇ ਮਿਨਿਸਟਰ ਵੀ ਸੀਗੇ। ਬੜਾ ਉਹਨਾਂ ਨੂੰ ਸਮਝਾਉਣ ਦੀ ਬਜਾਏ ਆਪਣਾ ਜ਼ੋਰ ਲਾਉਣ ਦਾ ਉਹਨੇ ਚਾਰਾ ਕੀਤਾ, ਪਰ ਉਹ ਸਮਝਣ ਵਾਲੇ ਕਿੱਥੇ ਸੀ। ਇੱਕ ਮਿਨਿਸਟਰ ਦੀ ਜਾਂ 2 MPਆਂ ਦੀ ਉੱਥੇ ਗੱਲ ਨਹੀਂ ਸੁਣੀ ਜਾਂਦੀ, ਇੱਥੇ 544 ਬੈਠੇ ਹੁੰਦੇ ਆ। ਸੋ ਅਖੀਰ ਤੇ ਆ ਕੇ ਕੁਰਬਾਨੀ ਕਰਨੀ ਪਈ ਪੰਥ ਦੀ ਖਾਤਰ, ਕਿਸਾਨੀ ਦੀ ਖਾਤਰ, ਲੋਕ ਹਿੱਤਾਂ ਦੀ ਖਾਤਰ। ਕਿ ਅੱਜ ਜੇਕਰ ਤੁਹਾਡੀ ਕਿਸਾਨੀ ਆਪਣੇ ਯੂਪੀ ਵਾਲਾ ਹਾਲ ਹੋਏਗਾ, 1000-1200 ਨੂੰ ਪੈੜੀ ਵਿਕਦੀ ਹੈ ਤੇ ਕਣਕ ਕਿਸੇ ਨੇ ਪੁੱਛਣੀ ਨਹੀਂ, ਹੋ ਸਕਦਾ ਸਾਲ 2 ਸਾਲ ਲੈ ਲੈਣ। ਤੇ ਉਹਨੂੰ ਅੱਗੇ ਅਗਾਊ ਧਿਆਨ 'ਚ ਰੱਖਦੇ ਹੋਏ ਬਾਲ ਸਾਹਿਬ ਨੇ ਜਿਹੜਾ ਉਹਨਾਂ ਨੇ ਬੀਬਾ ਜੀ ਨੇ ਅਸਤੀਫਾ ਦਿੱਤਾ, ਉਹਨਾਂ ਨਾਲ ਅਖੀਰ ਇੱਥੋਂ ਤੱਕ ਹੋ ਗਿਆ। ਐਡਾ ਪੁਰਾਣਾ ਰਿਲਾਇੰਸ, ਐਡਾ ਪੁਰਾਣਾ ਜਿਹੜਾ ਜੋੜ ਸੀ ਉਹ ਵਿਛੋੜਨਾ ਪਿਆ ਤੇ ਛੱਡਣਾ ਪਿਆ। ਅੱਜ ਦੇ ਹਾਲਾਤ ਇਹ ਹੈ, ਵਿੱਚੋਂ ਕਈ ਜਿਹੜੇ ਆ ਉਹ ਇੱਕ ਦੂਜੇ ਵਿਰੁੱਧ ਇੰਨਾ ਬੋਲਦੇ ਆ ਕਿਸਾਨਾਂ ਦੇ, ਜਿਹੜਾ ਮੈਂ ਹੈਰਾਨ ਪਰੇਸ਼ਾਨ ਹੈ ਬੀਜੇਪੀ ਦੇ ਬੰਦੇ ਤੇ ਬੜਾ ਦਬਾਅ ਦੇ ਨਾਲ ਡਿਬੇਟਾਂ ਦੇ ਵਿੱਚ ਕਹਿੰਦੇ ਆ। ਪਰ ਭਰਾਓ ਆਪਾਂ ਨੂੰ ਸਾਰਿਆਂ ਨੂੰ ਇਹਨਾਂ ਕਾਨੂੰਨਾਂ ਦੇ ਵਿਰੁੱਧ ਬਾਲ ਸਾਹਿਬ ਦਾ ਮੈਸੇਜ ਆਵੇ ਜਾਂ ਕੋਈ ਕਿਸਾਨਾਂ ਦਾ ਆਵੇ, ਆਪਾਂ ਨੂੰ ਡਟ ਕੇ ਨਾਲ ਖੜਨਾ ਚਾਹੀਦਾ। ਠੀਕ ਆ, ਅੱਜ ਮੁਸ਼ਕਲ ਆ ਰਹੀ ਹੈ ਸਾਡੀ ਠੀਕ ਆ, ਮੁਸ਼ਕਲ ਆ ਰਹੀ ਹੈ ਕਈ ਹੋਰ ਸਾਨੂੰ ਜਿਹੜਾ ਵਹੀਕਲਾਂ ਦੀ, ਕਈ ਗੱਡੀਆਂ ਦੇ ਜਾਣ ਦੀ, ਇਹ ਖਤਮ ਹੋ ਰਿਹਾ, ਸਾਡਾ ਜਿਹੜਾ ਨੁਕਸਾਨ ਹੋ ਰਿਹਾ। ਪਰ ਭਰਾਓ ਇਹਨੂੰ ਝੱਲਦੇ ਹੋਏ ਆਉਣ ਵਾਲੀ ਪੀੜ੍ਹੀਆਂ ਨੂੰ ਬਚਾਉਣ ਵਾਸਤੇ ਜੇ ਬਾਦਲ ਪਰਿਵਾਰ ਐਡੀ ਵੱਡੀ ਕੁਰਬਾਨੀ ਕਰ ਸਕਦਾ ਤੇ ਆਪਾਂ ਨੂੰ ਡਟ ਕੇ ਨਾਲ ਖੜੋਣਾ ਚਾਹੀਦਾ। ਭਾਵੇਂ ਖਾਰ ਘੱਟ ਪਾਲਾਂਗੇ ਕੋਈ ਗੱਲ ਨਹੀਂ। ਸੋ ਅੱਜ ਦਾ ਜੋ ਕਾਂਗਰਸ ਸਰਕਾਰ ਦਾ ਮਾਹੌਲ ਹੈ, ਆਪਾਂ ਸਾਰੇ ਵੇਖਦੇ ਆ ਕਿਤੇ ਜਿੰਨੇ ਵਾਅਦੇ ਕੀਤੇ ਸਾਰੇ ਝੂਠੇ ਹੋਏ। ਮੈਂ ਦੱਸਣ ਲੱਗਾ ਤਾਂ ਬਹੁਤ ਲੰਮੇ ਹੈ। ਬਾਲ ਕਿਹਾ ਤੁਹਾਡੇ ਕੀਤੇ ਹੋਏ ਬਾਲ ਸਾਹਿਬ ਦੇ ਵਾਅਦੇ ਪੂਰੇ, ਉਹ ਵੀ ਬਾਲ ਸਾਹਿਬ ਵੀ ਸ਼ਾਇਦ ਉਧਰ ਦੀ ਆਏ ਆ ਤੇ ਵੇਖ ਕੇ ਹੀ ਆਏ ਆ। ਸੋ ਇੱਕ ਮੈਨੂੰ ਨਿੱਕੀ ਜਿਹੀ ਗੱਲ ਤੁਹਾਨੂੰ ਦੱਸਾਂ, ਇੱਕ ਦਾਦੂ ਪੰਥ ਹੁੰਦਾ ਸੀ, ਉਹਦੇ ਚੇਲੇ ਬੜੇ ਜਿਹੜੇ ਸੀ, ਉੱਥੇ ਸੇਵਾ ਬੜੀ ਹੁੰਦੀ ਸੀ ਤੇ ਕੁਝ ਬੰਦੇ ਖਾਣ ਪੀਣ ਮਾਰੇ ਉਧਰ ਆ ਗਏ। ਜਦੋਂ ਰਹਿੰਦੇ ਨੇ 4 ਦਿਨ ਕਿਤੇ ਰੱਜੇ ਉਹ ਸੁੱਤਿਆ ਤੇ ਉਹਨਾਂ ਨੇ ਕੀ ਹੋਇਆ, ਜਿਸ ਵੇਲੇ ਤੜਕੇ ਚਲੇ ਗਏ ਉਹ ਦਿਨੇ ਪੁੱਛਦਾ ਫਿਰ ਬੜਾ ਨਾਂ ਤੁਸੀਂ ਜਾਣਦੇ ਹੋ ਬਾਲ ਸਾਹਿਬ ਵਿਹਾਰੀ, ਜੋ ਉਹਦਾ ਨਾਂ ਤਾਂ ਨਹੀਂ ਲਊਗਾ ਵੀ ਜਦੋਂ ਉਹ ਲੱਭਦਾ ਫਿਰ ਦਾਦੂ ਪੰਥ ਕਿੱਥੇ ਹੈ। ਉਹਨਾਂ ਨੇ ਅਖੀਰ ਕਿਹਾ ਵੀ ਭਰਾਵਾ ਸ਼ਗਨ ਛਕਾਉਣ ਵਾਲੇ ਜਿਹੜੇ ਛਕਾਉਂਦੇ ਸੀ ਚਲੇ ਗਏ, ਤੂੰ ਸੁੱਤਾ ਰਹਿ ਗਿਆ। ਸੋ ਆਪਾਂ MP ਦੇ ਇਲੈਕਸ਼ਨ ਹੋਏ, ਪਹਿਲੇ MLA ਦੇ ਇਲੈਕਸ਼ਨ ਹੋਏ, ਜੇ ਉਦੋਂ ਕਿਸੇ ਕਾਰਨ ਸਾਨੂੰ ਬਹੁਤ ਸਾਰੇ ਬਦਨਾਮੀਆਂ ਕਰ ਕਰਕੇ ਜਿਹੜੀ ਅੱਜ ਦਾ ਮਾਹੌਲ ਚੱਲਦਾ ਪਿਆ। ਮੈਂ ਉਦੋਂ ਵੀ ਕਿਹਾ ਸੀ, ਮਾਨ ਸਾਹਿਬ ਨੂੰ ਕਿਹਾ ਸੀ ਘੱਟ ਤੋਂ ਘੱਟ 1000 ਬੰਦਾ ਆਪਾਂ ਨੂੰ WhatsApp ਤੇ ਜਵਾਬ ਦੇਣਾ ਚਾਹੀਦਾ। ਅੱਜ ਵੀ ਮੈਂ ਸਾਨੂੰ ਘੱਟ ਤੋਂ ਘੱਟ ਖਲਕੇ ਨੂੰ 1000 ਬੰਦਾ ਜਿਹੜਾ ਉਹ ਜਵਾਬ ਦੇਣਾ ਚਾਹੀਦਾ। ਲੋਕ ਜਿਹੜੇ ਇੰਨੀ ਗਲਤ ਬੋਲੀ ਜਾਂਦੇ, ਆਪਾਂ ਨੂੰ ਬੋਲਣਾ ਵੀ ਉਹਨਾਂ ਔਖਾ ਹੋ ਜਾਂਦਾ, ਪਰ ਉਹ ਜਵਾਬ ਜਾਣਾ ਚਾਹੀਦਾ ਲੋਕਾਂ ਅੰਦਰ। ਮੈਂ ਹੁਣ ਹੀ ਨਿਕਲੀ ਗੱਲ ਦੱਸਦਾ, 100 ਸਾਲ ਦਾ ਜਿਹੜਾ ਉੱਥੇ ਸੀਗਾ ਆਪਣਾ ਸਮਾਗਮ ਸੀਗਾ, ਉਹਦੇ ਵਿੱਚ ਮੇਰੇ ਇੱਕ ਬੈਠਾ ਮਗਰ ਬੰਦਾ ਤੋਂ ਬਾਜੀ ਮਿਲਦੀ ਜਾਵੇ, ਹਰਨਾਮ ਸਿੰਘ ਟਕਸਾਲ ਦੇ ਜਿਹੜੇ ਜਥੇਦਾਰ ਹੋਣ ਦਿੰਦੀ ਜਾਵੇ। ਪਰ ਮੈਂ ਜਿਵੇਂ ਉਹਨੂੰ ਜਵਾਬ ਦਿੱਤਾ ਉੱਥੇ ਬੈਠਿਆ ਮਾਰੇ ਉਲਟਾ ਹਰ ਜਗ੍ਹਾ ਤੇ ਪਰਚੇ ਕਰਾਉਣ ਨੂੰ ਤਿਆਰ ਬੈਠੇ। ਸੋ
मैं इन्हां शब्दां दे नाल ही बादल साहब का धन्नवाद करदा। एक तो जिहड़ा इन्हां ने साडे हलके नूं जिला प्रधानगी की नुमाइंदगी दित्ती है, दूजा जिहड़ा सास जरमेजा सिंह शेखों की प्रधानगी हेठ ये जिले के प्रोग्राम हो रहे हैं। तो मैं बादल साहब को अज तो बधाई दिंदा। जिला फिरोजपुर जिहड़ा चारे दी चारे सीटां सरदार जरमेजा सिंह की रहनुमाई हेठ, मान साहब की रहनुमाई हेठ जित के तुहानूं देंगे। इन्ना ही कहता है मैं फतेह बुलाउणा। सारे भरा हत्थ कढ के फतेह बुलाया करो, जो सुत्ते जे बैठे दी गल नहीं बनदी। वाहिगुरू जी का खालसा, वाहिगुरू जी की फतेह। किसान जथेदार दर्शन सिंह मोठा वाले साहब दोबारा फिर मान साहब वालों समुची गुरूर साहब के अकाली दल की टीम वालों समुची प्रैस फोटो प्रैस गैलरी से जिन्हें पत्रकार वीर आए ने उन्होंने साड़ी जी कवरेज कर रहे हैं, उन्होंने मैं इतने आने से बहुत बहुत दिल दी गहराइयों तो धन्यवाद करदा। हुण मैं बेनती करा मैंबर श्रोमणी कमेटी बहुत मान से सत्कारयोग सरदार प्रीतम सिंह जी मलसिया साहब वो आके अपने विचार संगतां नाल साझे करें। बहुत ही सत्कारयोग पंजाब के साबका डिप्टी सीएम साहब, मौजूदा फिरोजपुर तो मैंबर पार्लीमेंट सरदार सुखबीर सिंह जी बादल साहब, उन्होंने नाल बैठे पंजाब के साबका कैबिनेट मंत्री और फिरोजपुर के इंचार्ज सरदार जरमेजा सिंह जी सेखों साहब, उन्होंने नाल साडे नवें बने फिरोजपुर जिले के प्रधान सरदार गुरदेव सिंह जी मान साहब, मैंबर श्रोमणी गुरुद्वारा प्रबंधक कमेटी सरदार दर्शन सिंह जी मोठा वाला, शिव जी तरपाल के, मंटू वोहरा जी, कैश मान जी, बॉबी मान जी और सामने बैठे इस हल्के दे सारे ही वर्कर साहबान ते प्रेस वाले वीर साहबान, सारिਆਂ ਨੂੰ वाहिगुरू जी का खालसा, वाहिगुरू जी की फतेह। वीरो बड़ी खुशी की गल अज छोटी जी काल ते तुसी बहुत वड्डी गिनती दे विच इत्थे हाजिर होए हो, तुहाडा बहुत बहुत धन्नवाद। जिथों तक मैं गल करा श्रोमणी अकाली दल ने जो सहूलतां सरदार प्रकाश सिंह बादल की सरकार दे विच दित्तियां सी उन्हां नूं आपां भली भात जाणू आ। चाहे वो गरीबां वास्ते सगन स्कीम सी, आटा दाल स्कीम सी, चाहे वो किसानां दी बिजली दे बिल माफ सी, किसानां दा मालिया माफ सी, सारियां सहूलतां लगातार 10 साल चलदियां रहियां। और अज देखो कैप्टन अमरिंदर सिंह की सरकार दे विच की हाल होया पिया है। गरीब बेचारे आटे तो औखे बैठे आ, किसानां दा जिहड़ा हाल हुंदा पिया आपां वेखदे पए आ। अज पहले तां कणकां दी बिजाई लेट होई खाद तो, अज हुण यूरिया की लोड़ है, यूरिया तो लोग किन्ने औखे बैठे आ, दूजियां सूबियां दे विचों जाके लियाउंदे ते किन्ने खर्चे पैंदे आ ते की हाल हुंदे पए आ। सो इन्हां सारियां गल्लां नूं सोच के श्रोमणी अकाली दल दे प्रधान साहब ने ये प्रोग्राम लिखे ने भी लोगों को जागरूक किया जाए। इलैक्शन के तकरीबन हुण 1 साल ही रह गया और ये साल जो इलैक्शनां का जिवें आपां पिछले श्रोमणी गुरुद्वारा प्रबंधक कमेटी का 100 साला मनाया, इस तरह हम अगले महीने के विच श्रोमणी अकाली दल का 100 साला मनाउणा है, जिन्हां ने कि सारिਆਂ ने आपां रल मिल के जो भी पार्टी की काल आएगी उत्थे आपां पहुंच के ये खुशियां प्राप्त करनियां ने। और पंजाब दे विच ये दसना है भी श्रोमणी अकाली दल जिहड़ा अज एक झंडे थल्ले सारा इकट्ठा है। वीरो जे मैं गल करा बादल साहब की, मैं अगे भी कई बार कहना हुंदा सरदार प्रकाश सिंह बादल ने पंजाब वास्ते बहुत वड्डी कुर्बानी की, जिंदगी का बड़ा लंबा हिस्सा जेलों में कटिया और उन्हों की सिक्ख्या सरदार सुखबीर सिंह बादल साहब को मिली। पिछले जा पार्लीमेंट इलैक्शन के विच भी मैं एक टोटका झाड़िया सी। मैं बादल साहब हुण भी दसदा, पुराने बजुर्गां दे हुंदे सी
बाप पर बेटा, मां पर धी, बाप पर बेटा, बहुता नहीं तो थोड़ा थोड़ा। सरदार प्रकाश सिंह बादल की जिहड़ी सिक्ख्या है वो सरदार सुखबीर सिंह बादल नूं मिली हुई है। ਇਹ ਉਹਨਾਂ ਦੇ ਪੈਰਾਂ ਤੇ ਚੱਲ ਕੇ ਅੱਜ ਪੰਜਾਬ ਦੇ ਵਿੱਚ ਉਸੇ ਤਰਜ਼ ਤੇ ਕੰਮ ਕਰ ਰਹੇ ਨੇ। ਮੈਂ ਇਹਨਾਂ ਸੈਂਸਾ ਕਲਗੀਧਰ ਪਾਤਸ਼ਾਹ ਦੇ ਅੱਗੇ ਬੇਨਤੀ ਕਰਦਾ ਇਹਨਾਂ ਨੂੰ ਹੋਰ ਵੀ ਹਿੰਮਤ ਦੇਵੇ ਔਰ ਪੰਜਾਬ ਵਾਸਤੇ ਕੰਮ ਕਰਦੇ ਰਹਿਣ। ਖਾਸ ਕਰਕੇ ਜਿਸ ਤਰ੍ਹਾਂ ਇਹਨਾਂ ਨੇ ਪੁਰਾਣੇ ਲੀਡਰਾਂ ਨੂੰ ਅੱਗੇ ਲਿਆਂਦਾ ਹੈ, ਸਰਦਾਰ ਜਰਮੇਜਾ ਸਿੰਘ ਸੇਖੋਂ ਨੂੰ ਫਿਰੋਜ਼ਪੁਰ ਲਿਆ ਕੇ ਫਿਰ ਫਿਰੋਜ਼ਪੁਰ ਦੀ ਜਿਹੜੀ ਹਵਾ ਬਦਲੀ ਹੈ, ਅੱਜ ਇਹਨਾਂ ਦੇ ਆਉਣ ਨਾਲ ਫਿਰੋਜ਼ਪੁਰ ਦੀ ਹਵਾ ਫਿਰ ਬਦਲ ਗਈ। ਬਾਦਲ ਸਾਹਿਬ ਇਹ ਜਿਹੜੇ ਫਿਰੋਜ਼ਪੁਰ ਜ਼ਿਲ੍ਹੇ ਦੀਆਂ 4 ਸੀਟਾਂ ਇਹਨਾਂ ਦੇ ਆਉਣ ਨਾਲ 4 ਸੀਟਾਂ ਨਿਕਲ ਗਈਆਂ। ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ। ਸਤਿ ਸ੍ਰੀ ਅਕਾਲ। ਇਹਨੀਆਂ ਬੇਨਤੀਆਂ ਕਰਦਾ ਮੈਂ ਖਿਮਾ ਦਾ ਜਾਜਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੇਂ ਦੀ ਘਾਟ ਕਰਕੇ ਮੈਂ ਮਾਫੀ ਚਾਹਾਂਗਾ ਸਰਦਾਰ ਬੌਬੀ ਮਾਨ ਤੋਂ, ਸ਼ਿਵ ਤਰਪਾਲਕੇ ਤੋਂ, ਗੁਰਦੇਵ ਸਿੰਘ ਸਰਕਲ ਪ੍ਰਧਾਨ, ਸਾਹਿਬ ਮੇਜਰ ਸਿੰਘ ਸੰਧੂ ਸਰਕਲ ਪ੍ਰਧਾਨ, ਸ਼ੇਰਚੰਦ ਗੁੰਗੀ ਤੋਂ ਸਰਕਲ ਪ੍ਰਧਾਨ, ਗੁਰਸ਼ਰਨ ਸਿੰਘ ਚਾਵਲਾ ਅਤੇ ਪ੍ਰੇਮ ਸਚਦੇਵੇ ਤੋਂ ਵੀ ਮੈਂ ਮਾਫੀ ਚਾਹਾਂਗਾ। ਜੇ ਸਰਕਲਾਂ ਦੇ ਪ੍ਰਧਾਨ ਸਾਹਿਬਾਨ ਨੇ, ਲਾਡਾ ਵੋਹਰਾ ਜੀ, ਹੈਪੀ ਭੰਡਾਰੀ ਜੀ, ਇਹਨਾਂ ਤੋਂ ਵੀ ਮੈਂ ਮਾਫੀ ਮੰਗਾਂਗਾ। ਸਮਾਂ ਘੱਟ ਹੈ, ਸੀਨੀਅਰ ਲੀਡਰਸ਼ਿਪ ਨੇ ਬੋਲਣਾ, ਅੱਗੇ ਵੀ 2 ਪ੍ਰੋਗਰਾਮ ਹੈ। ਹੁਣ ਮੈਂ ਬੇਨਤੀ ਕਰਾਂ ਹਲਕੇ ਦੇ ਮੁੱਖ ਸੇਵਾਦਾਰ, ਬਹੁਤ ਮਾਣ ਤੇ ਸਤਿਕਾਰਯੋਗ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਸਰਦਾਰ ਗੁਰਦੇਵ ਸਿੰਘ ਮਾਨ, ਉਹ ਆ ਕੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨ। ਸਟੇਜ ਤੇ ਬਿਰਾਜਮਾਨ ਠੀਕ ਹੈ। ਵਿਕਾਸ ਦੇ ਮਸੀਹਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸਰ ਜਰਮੇਜਾ ਸਿੰਘ ਜੀ ਸੇਖੋਂ, ਸਾਬਕਾ ਮੰਤਰੀ, ਮੈਂਬਰ ਕੋਰ ਕਮੇਟੀ ਸਰ ਦਰਸ਼ਨ ਸਿੰਘ ਜੀ ਬਰਾੜ, ਮੈਂਬਰ ਐਸਜੀਪੀਸੀ, ਸਰ ਪ੍ਰੀਤਮ ਸਿੰਘ ਜੀ ਮਲਸੀਆਂ, ਮੈਂਬਰ ਐਸਜੀਪੀਸੀ, ਰੋਹਿਤ ਕੁਮਾਰ ਜੀ ਵੋਰਾ, ਸਾਬਕਾ ਪ੍ਰਧਾਨ ਨਗਰ ਕੌਂਸਲ ਗੁਰੂ ਸਾਹਿਬ, ਸ਼ਿਵ ਤਰਪਾਲਕੇ, ਸਰ ਸੁਖਵੰਤ ਸਿੰਘ ਜੀ ਤੇ ਗੁਜਰ, ਸਾਬਕਾ ਮੈਂਬਰ ਐਸਜੀਪੀਸੀ, ਸਟੇਜ ਤੇ ਬਿਰਾਜਮਾਨ ਸਮੁੱਚੀ ਅਕਾਲੀ ਦਲ ਦੀ ਦਰਜਾ ਬਦਰਜਾ ਲੀਡਰਸ਼ਿਪ ਤੇ ਪਾਰਟੀ ਦੀ ਰੀੜ ਦੀ ਹੱਡੀ, ਬਹੁਤ ਹੀ ਜੁਝਾਰੂ ਵਰਕਰ ਵੀਰੋ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਥੋਂ ਪਹਿਲਾਂ ਬੋਲਦੇ ਬੁਲਾਰਿਆਂ ਨੇ ਬੜੇ ਵਿਸਥਾਰ ਨਾਲ ਤੁਹਾਨੂੰ ਦੱਸਿਆ ਜਿਹੜਾ ਅੱਜ ਦਾ ਭਖਦਾ ਮੁੱਦਾ ਹੈ ਉਹ ਕਿਸਾਨੀ ਦਾ ਮੁੱਦਾ ਹੈ। ਮੈਂ ਉਸ ਮੁੱਦੇ ਦੇ ਉੱਤੇ ਕੋਈ ਗੱਲ ਨਹੀਂ ਕਰਨੀ ਗੀ, ਕਿਉਂਕਿ ਸੀਨੀਅਰ ਲੀਡਰਸ਼ਿਪ ਬਾਦਲ ਸਾਹਿਬ ਤੇ ਸੇਖੋਂ ਸਾਹਿਬ ਨੇ ਬੋਲਣਾ ਹੈ। ਉਹ ਵਿਸਥਾਰ ਨਾਲ ਤੁਹਾਡੇ ਨਾਲ ਇਸ ਮੁੱਦੇ ਦੇ ਉੱਤੇ ਗੱਲ ਕਰਨਗੇ। ਅਕਾਲੀ ਦਲ ਦਾ ਕੀ ਸਟੈਂਡ ਹੈ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨਗੇ। ਮੈਂ ਤਾਂ ਸਿਰਫ ਹਲਕੇ ਦੀ ਤੇ ਆਪਦੇ ਜ਼ਿਲ੍ਹੇ ਦੀ ਗੱਲ ਕਰਨੀ ਹੈ। ਬਾਦਲ ਸਾਹਿਬ, ਜੇ ਮੈਂ ਹਲਕੇ ਦੀ ਗੱਲ ਕਰਾਂ, ਆ ਜਿੰਨੇ ਵੀ ਜੁਝਾਰੂ ਵਰਕਰ ਤੁਹਾਡੇ ਸਾਹਮਣੇ ਬੈਠੇ ਐ, ਹਰੇਕ ਪਿੰਡ ਚੋਂ 1-1 2-2 ਬੰਦੇ ਅਸੀਂ ਸੱਦੇ ਸੀ, ਔਰ ਇਹਨਾਂ ਚੋਂ ਸ਼ਾਇਦ ਹੀ ਕੋਈ 5-10 ਬਚੇ ਹੋਣ ਜਿਨ੍ਹਾਂ ਤੇ ਕੋਈ ਪਰਚਾ ਨਾ ਹੋਇਆ ਹੋਵੇ, ਜਿਨ੍ਹਾਂ ਦੀ ਕੋਈ ਜਾਇਦਾਦ ਤੇ ਕਬਜ਼ਾ ਨਾ ਹੋਇਆ ਹੋਵੇ, ਜਿਹਦੇ ਤੇ ਕੋਈ ਜਾਨਲੇਵਾ ਹਮਲਾ ਨਾ ਹੋਇਆ ਹੋਵੇ। ਇੰਨੀ ਗੁੰਡਾਗਰਦੀ, ਇੰਨੀ ਲੁੱਟਖੋ, ਇਸ ਤਰ੍ਹਾਂ ਦੀ ਨੇਰਗਰਦੀ ਮੈਂ ਪਹਿਲਾਂ ਕਦੇ ਆਪਦੇ ਜੀਵਨ 'ਚ ਨਹੀਂ ਦੇਖੀ ਗਈ। ਜੇ ਇੱਥੇ ਪੰਚਾਇਤ ਦੇ ਇਲੈਕਸ਼ਨ ਹੋਏ ਆ ਤੇ ਬੋਲੀਆਂ ਲੱਗੀਆਂ 5 ਲੱਖ ਤੋਂ ਲੱਗ ਕੇ 50-50 ਲੱਖ ਤੱਕ ਸਰਪੰਚੀਆਂ ਵੇਚੀਆਂ ਗਈਆਂ। ਅੱਜ ਹਾਲਾਤ ਸਮੁੱਚੇ ਜ਼ਿਲ੍ਹੇ ਦੇ ਹੀ ਬਹੁਤ ਮਾੜੇ ਆ, ਪਰ ਜੇ ਹਲਕਾ ਗੁਰੂ ਸਾਹਿਬ ਦੀ ਗੱਲ ਕਰੀਏ, ਇੱਥੇ ਸਾਰੇ ਜਿੰਨੇ ਵੀ ਦਫ਼ਤਰ ਹੈ, ਚਾਹੇ ਥਾਣੇ ਹੈ, ਚਾਹੇ ਤਹਿਸੀਲ ਹੈ, ਉਹ ਇੱਕ ਤਰ੍ਹਾਂ ਨਾਲ ਠੇਕੇ ਤੇ ਦਿੱਤੇ ਹੋਏ ਆ। ਰੋਜ਼ਾਨਾ 5-5 10-10 ਮੋਟਰਸਾਈਕਲ ਚੋਰੀ ਹੋ ਰਹੇ ਆ ਸ਼ਹਿਰ ਦੇ ਵਿੱਚੋਂ। ਤੇ ਜਦੋਂ ਕੋਈ FIR ਕਰਾਉਣ ਜਾਂਦਾ
ਉਦੋਂ ਪੁਲਿਸ ਵਾਲਿਆਂ ਦਾ ਜਵਾਬ ਹੁੰਦਾ ਵੀ ਸ਼ਾਮ ਨੂੰ ਜਦੋਂ 7-8 ਇਕੱਠੇ ਹੋ ਗਏ ਉਦੋਂ ਇੱਕੋ ਹੀ FIR ਕਰ ਦਿਆਂਗੇ 7-8 ਦੀ। ਸ਼ਾਮ ਨੂੰ 5 ਵਜੇ ਤੋਂ ਬਾਅਦ ਜਦੋਂ ਕੋਈ ਹਲਕੇ ਚੋਂ ਬਾਹਰ ਨਿਕਲਦਾ, ਸ਼ਹਿਰ ਚੋਂ ਕੋਈ ਆਪਦੀ ਖਰੀਦਾ ਫਰੋਖਤ ਕਰਕੇ ਪਿੰਡਾਂ ਨੂੰ ਜਾਂਦਾ ਹੈ ਤੇ ਉਹਨੂੰ ਆਸ ਨਹੀਂ ਹੁੰਦੀ ਕਿ ਮੈਂ ਸਹੀ ਸਲਾਮਤ ਆਪਦੇ ਘਰੇ ਪਹੁੰਚ ਜਾਊਗਾ। ਨਿਤ ਦਿਨ ਕਤਲ ਹੋ ਰਹੇ ਆ, ਲੁੱਟਾਂ ਹੋ ਰਹੀਆਂ, ਔਰ ਨਸ਼ਾ ਜਿਹੜਾ ਉਹਦੀ ਸਪਲਾਈ ਹੈ ਘਰ ਘਰ ਦਿੱਤੀ ਜਾ ਰਹੀ ਹੈ। ਇਹ ਤਾਂ ਕਹਿੰਦੇ ਸੀ ਕਿ ਅਸੀਂ 4 ਦਿਨਾਂ 'ਚ ਨਸ਼ਾ ਬੰਦ ਕਰ ਦਿਆਂਗੇ। ਮੋਗੇ ਜ਼ਿਲ੍ਹੇ ਦਾ ਪਿੰਡ ਹੈ ਇੱਕ ਦੌਲੇ ਵਾਲਾ, ਜਿਹੜਾ ਬਹੁਤ ਮਸ਼ਹੂਰ ਸੀ ਨਸ਼ੇ ਲਈ, ਪਰ ਇਹਨਾਂ ਨੇ ਘਰ ਘਰ ਦੌਲੇ ਵਾਲਾ ਬਣਾਤਾ, ਪਿੰਡ ਪਿੰਡ ਦੌਲੇ ਵਾਲਾ ਬਣਾਤਾ ਇਹਨਾਂ ਨੇ। ਤੁਸੀਂ ਸ਼ਹਿਰ ਦੇ ਵਿੱਚੋਂ ਟੱਪ ਕੇ ਆਏ ਹੋ, ਸ਼ਹਿਰ ਦਾ ਤੁਸੀਂ ਹਾਲ ਦੇਖਿਆ, ਤਕਰੀਬਨ 62-63 ਕਰੋੜ ਰੁਪਇਆ ਤੁਸੀਂ 2016 ਦੇ ਵਿੱਚ ਜਿਹੜਾ ਨਵੀਂ ਆਬਾਦੀ ਸੀ ਸ਼ਹਿਰ ਦੀ ਆਪਾਂ ਮਿਊਨਿਸਪੈਲਿਟੀ ਦੇ ਸ਼ਾਮਲ ਕੀਤੀ ਸੀ, ਉਹਦੇ ਸੀਵਰੇਜ, ਵਾਟਰ ਸਪਲਾਈ, ਸਟਰੀਟ ਲਾਈਟਸ ਵਾਸਤੇ ਆਪਾਂ ਮਨਜ਼ੂਰ ਕੀਤਾ ਸੀ, ਔਰ ਉਹਦਾ ਠੇਕਾ ਬੰਬੇ ਦੀ ਕੰਪਨੀ ਸ਼ਾਹਪੁਰ ਜੀ ਨੂੰ ਦਿੱਤਾ ਸੀ। 13 ਕਰੋੜ ਰੁਪਇਆ ਪੁਰਾਣੇ ਸ਼ਹਿਰ ਦੀਆਂ ਗਲੀਆਂ ਨਾਲੀਆਂ ਵਾਸਤੇ ਡਿਵੈਲਪਮੈਂਟ ਵਾਸਤੇ ਆਪਾਂ ਦਿੱਤਾ। ਤਕਰੀਬਨ 75 ਕਰੋੜ ਰੁਪਇਆ ਆਪਾਂ ਉਹ ਦਿੱਤਾ ਸੀ, ਪਰ ਇਲੈਕਸ਼ਨ ਆ ਗਿਆ, ਬਹੁਤਾ ਪੈਸਾ ਖਰਚ ਨਹੀਂ ਹੋ ਸਕਿਆਗਾ। ਉਹ ਅੱਜ ਪਿਛਲੇ 4 ਸਾਲਾਂ ਤੋਂ ਜਿਹੜਾ ਸ਼ਹਿਰ ਗੁਰੂ ਸਾਹਿਬ ਉਹ ਇੱਕ ਤਰ੍ਹਾਂ ਨਾਲ ਨਰਕ ਬਣਿਆ। ਤੁਸੀਂ ਸ਼ਹਿਰ ਦੇ ਵਿੱਚੋਂ ਦੀ ਟੱਪ ਗਏ, ਤੁਸੀਂ ਆਪ ਵੇਖਿਆ, ਇੱਕੋ ਹੀ ਕੰਮ ਚੱਲ ਰਿਹਾ ਸਾਡੇ ਹਲਕੇ ਦੇ ਵਿੱਚ ਕਿ ਲੋਕਾਂ ਨੂੰ ਲੁੱਟਣਾ ਤੇ ਕੁੱਟਣਾ ਕਿਵੇਂ ਹੈ। ਸੋ ਮੈਂ ਹੱਥ ਜੋੜ ਕੇ ਤੁਹਾਡੇ ਅੱਗੇ ਗੁਜ਼ਾਰਿਸ਼ ਕਰਦਾ ਕਿ ਵਰਕਰ ਬਹੁਤ ਜਿਹੜੇ ਸੱਤੇ ਪਏ ਹੈ, ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਹੈ ਜਿਹੜਾ ਅੱਜ ਤਿਆਰ ਪਰ ਤਿਆਰ ਬੈਠਾ ਹੈ, ਤੁਸੀਂ ਜੋ ਵੀ ਹੁਕਮ ਕਰੋਗੇ ਉਹਦੇ ਤੇ ਫੁੱਲ ਚੜਾਊਗਾ। ਪਰ ਜਿਹੜੀ ਧੱਕੇਸ਼ਾਹੀ ਅੱਜ ਸਾਡੇ ਵਰਕਰਾਂ ਨਾਲ ਹੋ ਰਹੀ ਹੈ, ਸਾਡੇ ਨਾਲ ਹੋ ਰਹੀ ਹੈ, ਅਸੀਂ ਸਮਾਂ ਆਉਣ ਤੇ ਇਹਦਾ ਲੇਖਾ ਜੋਖਾ ਕਰਨਾ। ਜਿਹੜੇ ਅਧਿਕਾਰੀ ਹੈ, ਜਿਹੜੇ ਪੁਲਿਸ ਵਾਲੇ ਹੈ ਜਾਂ ਮੁਲਾਜ਼ਮ ਹੈ ਜਿਹੜੇ ਧੱਕਾ ਕਰ ਰਹੇ ਸਾਡੇ ਵਰਕਰਾਂ ਨਾਲ, ਅਸੀਂ ਇੱਕ ਇੱਕ ਕਰਕੇ ਉਹਨਾਂ ਤੋਂ ਹਿਸਾਬ ਲੈਣਾ ਹੈ। ਬੜਾ ਪਰਚੇ ਵੀ ਕੀਤੇ ਜਾ ਰਹੇ ਆ, ਲੁੱਟਿਆ ਵੀ ਜਾ ਰਿਹਾ, ਬੇਇੱਜ਼ਤੀ ਵੀ ਕੀਤਾ ਜਾ ਰਿਹਾ ਅਕਾਲੀ ਵਰਕਰਾਂ ਨੂੰ। ਪਰ ਮੈਂ ਸਿਰ ਝੁਕਾਉਣਾ ਇਹਨਾਂ ਦੇ ਅੱਗੇ ਕਿ ਫਿਰ ਵੀ ਇੰਨੀਆਂ ਮੁਸ਼ਕਲਾਂ ਦੇ ਵਿੱਚ ਇਹ ਅਕਾਲੀ ਦਲ ਦਾ ਝੰਡਾ ਚੱਕ ਕੇ ਉਹਨਾਂ ਦੇ ਅੱਗੇ ਡਟੇ ਖੜੇ ਆ। ਦੂਜੀ ਗੱਲ, ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਅਗਲੇ ਮਹੀਨੇ ਤਕਰੀਬਨ 100 ਸਾਲ ਦਾ ਹੋਣ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ ਜਿਹੜਾ ਬੜਾ ਸ਼ਾਨਾਮਤੀ ਹੈ, ਮਾਨਾਮਤੀ ਹੈ। ਬੜੀਆਂ ਵੱਡੀਆਂ ਵੱਡੀਆਂ ਲੜਾਈਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਵੀ ਲੜੀਆਂ, ਬੜੇ ਮੋਰਚੇ ਲਾਏ ਸ਼੍ਰੋਮਣੀ ਅਕਾਲੀ ਦਲ ਨੇ, ਚਾਹੇ ਚਾਬੀਆਂ ਦਾ ਮੋਰਚਾ ਸੀ, ਚਾਹੇ ਜੈਤੋ ਦਾ ਮੋਰਚਾ ਸੀ, ਚਾਹੇ ਕਪੂਰੀ ਦਾ ਮੋਰਚਾ ਸੀ, ਚਾਹੇ ਧਰਮਜੋਤ ਮੋਰਚਾ ਸੀ। ਬਹੁਤ ਅਕਾਲੀ ਦਲ ਨੇ ਲੜਾਈਆਂ ਲੜੀਆਂ ਪੰਜਾਬ ਦੀਆਂ ਔਰ ਪੰਜਾਬੀਆਂ ਦੀਆਂ, ਔਰ ਜਿੱਤ ਪ੍ਰਾਪਤ ਕਰਕੇ ਦਿੱਤੀ ਹੈ। ਔਰ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਅੱਜ ਵੀ ਉਸੇ ਤਰ੍ਹਾਂ ਡਟ ਕੇ ਖੜਾ ਹੈ, ਪੰਜਾਬ ਦੀ ਪੰਜਾਬੀਆਂ ਦੀ ਲੜਾਈ ਲੜਨ ਨੂੰ ਤਿਆਰ ਹੈ। ਪਰ ਅੱਜ ਬੜੇ ਹੁਸ਼ਿਆਰੀ ਨਾਲ, ਬੜੇ ਗੁੰਮਰਾਹਕੁਨ ਤਰੀਕੇ ਨਾਲ ਕੇਂਦਰ ਨੇ ਜਿੱਥੇ ਪੰਜਾਬ ਦੇ ਲਈ ਮਾਰੂ ਕਾਲੇ ਕਾਨੂੰਨ ਲੈ ਕੇ ਆਂਦੇ ਆ, ਔਰ ਪੰਜਾਬ ਸਰਕਾਰ ਹੈ ਜਿਹੜੀ ਬੜੀ ਹੁਸ਼ਿਆਰੀ ਨਾਲ, ਬੜੇ ਗੁੰਮਰਾਹਕੁਨ ਤਰੀਕੇ ਨਾਲ ਕਿਸਾਨਾਂ ਦੇ ਸੰਘਰਸ਼ ਨੂੰ ਜਿਹੜਾ ਤਾਰ ਪੀੜੋ ਕਰ ਰਹੀ ਹੈ। ਮੈਂ ਤੁਹਾਡੇ ਅੱਗੇ ਗੁਜ਼ਾਰਿਸ਼ ਕਰਦਾ ਕਿ ਜੇ ਇਹ ਕਾਲੇ ਕਾਨੂੰਨ ਪੰਜਾਬ 'ਚ ਲਾਗੂ ਹੋ ਗਏ ਤੇ ਪੰਜਾਬ ਦਾ ਆਰਥਿਕ ਪੱਖੋਂ ਸਾਰਾ ਕੁਝ ਤਬਾਹ ਹੋ ਜਾਣਾ ਹੈ, ਪੰਜਾਬ ਫੇਰ ਉਸ ਕਾਲੇ ਦੌਰ 'ਚ ਚਲਾ ਜਾਣਾ ਹੈ। ਸੋ ਤੁਸੀਂ ਕੋਈ ਫੈਸਲਾ ਕਰਕੇ ਆਪਾਂ ਕੋਈ ਤਕੜਾ ਸੰਘਰਸ਼ ਵਿੱਢੀਏ ਤਾਂ ਜੋ ਕਿਸਾਨੀ ਨੂੰ ਆਪਾਂ ਇਨਸਾਫ ਦਵਾ ਸਕੀਏ। ਪੰਜਾਬ ਸਰਕਾਰ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਉਹਨਾਂ ਤੋਂ ਆਪਾਂ ਬਚਾ ਸਕੀਏ। ਔਰ ਮੈਂ ਤੁਹਾਡਾ ਇੱਥੇ ਆਉਣ ਤੇ ਜਿੱਥੇ ਜੀ ਆਇਆਂ ਕਰਦਾ, ਉੱਥੇ ਮੈਂ ਤਹਿ ਦਿਲ ਤੋਂ ਧੰਨਵਾਦ ਵੀ ਕਰਦਾ ਤੁਹਾਡਾ
ਕਿ ਤੁਸੀਂ ਦਾਸ ਤੇ ਵਿਸ਼ਵਾਸ ਪ੍ਰਗਟ ਕਰਕੇ ਜ਼ਿਲ੍ਹੇ ਨੂੰ ਜ਼ਿੰਮੇਵਾਰੀ ਦਿੱਤੀ ਹੈ, ਉਹਦੇ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਹੈ। ਔਰ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਅਸੀਂ ਸਮੁੱਚੀ ਜ਼ਿਲ੍ਹੇ ਦੀ ਲੀਡਰਸ਼ਿਪ ਇਕੱਠੀ ਹੋ ਕੇ ਚਾਰੇ ਦੇ ਚਾਰੇ ਹਲਕੇ ਆ ਜਿਹੜੇ ਜਿੱਤ ਕੇ ਤੁਹਾਡੀ ਝੋਲੀ ਦੇ ਵਿੱਚ ਪਾਵਾਂਗੇ। ਇੰਨੀਆਂ ਹੀ ਬੇਨਤੀਆਂ ਕਰਦਾ ਖਿਮਾ ਦਾ ਜੱਜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਯੂਥ ਅਕਾਲੀ ਦਲ ਦੇ ਜਿਹੜੇ ਸਰਕਲਾਂ ਦੇ ਪ੍ਰਧਾਨ ਹੈ ਤੇ ਐਸਸੀ ਵਿੰਗ ਦੇ ਜਿਹੜੇ ਸਰਕਲਾਂ ਦੇ ਪ੍ਰਧਾਨ ਹੈ ਉਹ ਆ ਕੇ ਇੱਕ ਪਾਸੇ ਹੋ ਜਾਣ। ਹੁਣ ਸਰਦਾਰ ਜਰਮੇਜਾ ਸਿੰਘ ਸੇਖੋਂ ਐਕਸ ਮਿਨਿਸਟਰ ਪੰਜਾਬ, ਮੌਜੂਦਾ ਕੋਰ ਕਮੇਟੀ ਮੈਂਬਰ, ਉਹਨਾਂ ਨੇ ਤੁਹਾਨੂੰ ਸੰਬੋਧਨ ਕਰਨਾ ਹੈ ਤੇ ਤੁਸੀਂ ਉਹਨਾਂ ਦਾ ਮਾਣ ਵਧਾਉਣਾ ਹੈ। ਤੁਸੀਂ ਸਰੋਪਾ ਦੇ ਕੇ ਇੱਥੇ ਉਹਨਾਂ ਨੂੰ ਸਨਮਾਨਿਤ ਕਰਨਾ ਹੈ। ਬੁਲਾਓ ਪਿੱਛੇ। ਫਿਰ ਠੀਕ ਹੈ, ਬਹਿ ਜਾ ਫਿਰ। ਪਰਮ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਫਿਰੋਜ਼ਪੁਰ ਹਲਕੇ ਦੇ ਪਾਰਲੀਮੈਂਟ ਮੈਂਬਰ, ਰਹਿ ਚੁੱਕੇ ਡਿਪਟੀ ਸੀਐਮ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਉਹਨਾਂ ਦੇ ਨਾਲ ਬੈਠੇ ਇਸ ਹਲਕੇ ਦੇ ਮੁੱਖ ਸੇਵਾਦਾਰ ਤੇ ਸਾਡੇ ਫਿਰੋਜ਼ਪੁਰ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਹਰਦੇਵ ਸਿੰਘ ਮਾਨ ਸਾਹਿਬ, ਸਮੁੱਚੀ ਇਸ ਹਲਕੇ ਦੀ ਲੀਡਰਸ਼ਿਪ ਤੇ ਸਾਹਮਣੇ ਬੈਠੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵੀਰੋ, ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਪ੍ਰਧਾਨ ਜੀ ਨੂੰ ਸੁਣਨ ਵਾਸਤੇ ਆਏ ਹੋ। ਆਪਾਂ ਤਾਂ ਅੱਗੇ ਵੀ 2-3 ਮੀਟਿੰਗਾਂ ਕਰ ਚੁੱਕੇ ਹਾਂ। ਮੈਂ ਜ਼ਿਆਦਾ ਸਮਾਂ ਤੁਹਾਡਾ ਲੈਣਾ ਨਹੀਂ, ਸਿਰਫ ਆ ਜਿਹੜਾ ਭੱਖ ਦਾ ਮਸਲਾ ਹੈ ਕਿਸਾਨੀ ਦਾ, ਇਸ ਤੇ 2 ਮਿੰਟ ਬੋਲਣਾ ਹੈ। ਤੁਸੀਂ ਜਿਹੜੇ ਵੀਰ ਸਾਰੇ ਬੈਠੇ ਹੋ, ਤੁਹਾਡਾ ਮੁੱਖ ਧੰਦਾ ਖੇਤੀਬਾੜੀ ਹੈ। ਇੱਥੋਂ ਦਾ ਦੁਕਾਨਦਾਰ, ਇੱਥੋਂ ਦਾ ਵਪਾਰੀ, ਇੱਥੋਂ ਦਾ ਮਜ਼ਦੂਰ, ਸਾਰੇ ਦਾ ਸਾਰਾ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ। ਤੇ ਖੇਤੀਬਾੜੀ ਧੰਦੇ ਵਾਸਤੇ 2 ਮੁੱਖ ਚੀਜ਼ਾਂ, ਪਾਣੀ ਤੇ ਦੂਜਾ ਜਿਹੜਾ ਸਾਡੀ ਜਿਹੜਾ ਅੱਜ ਦਾ ਚੱਲ ਰਿਹਾ MSP ਜਾਂ ਫਸਲ ਨੂੰ ਵੇਚਣ ਦਾ ਪ੍ਰਬੰਧ। ਪਾਣੀ ਸਾਡਾ, ਮੈਂ ਵਾਲਾ ਲੰਮਾ ਨਹੀਂ ਕਹਿੰਦਾ, ਤੁਹਾਨੂੰ ਕਈ ਵਾਰੀ ਅੱਗੇ ਵੀ ਦੱਸ ਚੁੱਕੇ ਹਾਂ, ਪਾਣੀ ਸਾਡਾ ਕਾਂਗਰਸ ਪਾਰਟੀ ਨੇ ਖੋਹ ਲਿਆ। ਜਿੱਡਾ ਧੱਕਾ ਪਾਣੀਆਂ 'ਚ ਸਾਡੇ ਨਾਲ ਹੋਇਆ, ਐਡੀ ਮਿਸਾਲ ਕੋਈ ਮਿਲਦੀ ਨਹੀਂ। ਸਾਰੇ ਕਾਨੂੰਨ ਸਿੱਕੇ ਟੰਗ ਕੇ ਸਾਡਾ ਪਾਣੀ ਕੁਛ ਰਾਜਸਥਾਨ ਨੂੰ ਦੇ ਦਿੱਤਾ ਤੇ ਕੁਛ ਹਰਿਆਣੇ ਨੂੰ ਦੇ ਦਿੱਤਾ। ਹੁਣ ਗੱਲ ਕਰ ਲਈਏ ਅੱਜ ਦੇ ਭੱਖ ਦੇ ਮਸਲੇ ਦੀ। ਇਹ ਜਿਹੜਾ ਬੀਜੇਪੀ ਨੇ ਅੱਜ ਬਿੱਲ ਪਾਸ ਕੀਤਾ ਪਾਰਲੀਮੈਂਟ 'ਚ, ਇਹ ਵੀਰੋ ਕਾਂਗਰਸ ਦਾ ਏਜੰਡਾ ਸੀ। ਡਾਕਟਰ ਮਨਮੋਹਨ ਸਿੰਘ ਵੇਲੇ ਵੀ ਇਹ ਪਾਰਲੀਮੈਂਟ 'ਚ ਆਇਆ। ਉੱਥੇ ਇਹੀ ਬੀਜੇਪੀ ਦੇ ਸੁਸ਼ਮਾ ਸਵਰਾਜ ਤੇ ਜੇਟਲੀ ਸਾਹਿਬ ਇਸ ਬਿੱਲ ਦੇ ਵਰਖਲਾਫ ਡਟ ਕੇ ਬੋਲੇ ਤੇ ਉਹਨਾਂ ਨੇ ਕਿਹਾ ਸੀ ਕਿ ਇਹ ਕਾਲਾ ਕਾਨੂੰਨ ਪੰਜਾਬ ਦੇ ਕਿਸਾਨ ਨੂੰ ਵੀ, ਪੰਜਾਬ ਦੇ ਵਪਾਰੀ ਨੂੰ ਵੀ, ਪੰਜਾਬ ਦੇ ਮਜ਼ਦੂਰ ਨੂੰ ਵੀ ਖਤਮ ਕਰ ਦਿੰਦਾ। ਪਰ ਦੁੱਖ ਦੀ ਗੱਲ ਇਹ ਹੈ
ਕਿ ਅੱਜ ਜਿਹੜਾ ਕਾਂਗਰਸ ਦਾ ਏਜੰਡਾ ਸੀ ਉਸੇ ਤੇ ਬੀਜੇਪੀ ਵਾਲਿਆਂ ਨੇ ਵੀ ਮੋਹਰ ਲਾ ਦਿੱਤੀ। ਕੈਪਟਨ ਸਾਹਿਬ ਦੀ ਜੇ ਗੱਲ ਕਰੀਏ ਤਾਂ ਆ ਜਿਹੜਾ 17 ਚ ਇਲੈਕਸ਼ਨ ਹੋਇਆ ਉਹਦੇ ਵਿੱਚ ਵੀ ਮੈਨੀਫੈਸਟੋ 'ਚ ਇਹਨਾਂ ਨੇ ਇਹ ਤਿੰਨੇ ਕਾਲੇ ਕਾਨੂੰਨ ਰੱਖੇ ਸੀ ਕਿ ਅਸੀਂ ਪਾਸ ਕਰਾਂਗੇ। ਵੀਰੋ ਤੁਸੀਂ ਸਾਰੇ ਜਾਣਦੇ ਹੋ ਕਿ ਹਿੰਦੁਸਤਾਨ ਦੇ ਵਿੱਚ 3 ਲੀਡਰ ਹੋਏ ਆ ਕਿਸਾਨਾਂ ਦੇ, ਚੌਧਰੀ ਚਰਨ ਸਿੰਘ, ਚੌਧਰੀ ਦੇਵੀ ਲਾਲ ਤੇ ਤੀਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਜੋ ਕੰਮਕਾਰ ਜੋ ਕਿਸਾਨਾਂ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਰ ਗਏ ਉਹ ਕਿਸੇ ਸੂਬੇ 'ਚ ਹੋਰ ਹੋਇਆ ਨਹੀਂ। ਆ ਤੁਹਾਡੇ ਬਿਜਲੀ ਦੇ ਬਿੱਲ ਮਾਫ, ਆ ਮੰਡੀਆਂ ਜਿਹੜੀਆਂ ਪਿੰਡ ਅੱਜ ਮੰਡੀਆਂ ਹੋਈਆਂ, ਇਹ ਮੰਡੀਆਂ ਈਵਨ ਕਿ ਆ ਜਿਹੜੀ MSP ਆ ਤੁਹਾਡੀ ਜਿਹਦੀ ਅੱਜ ਰੌਲਾ ਪੈ ਰਿਹਾ ਹੈ, ਇਹ ਵੀ ਉਦੋਂ ਬਾਦਲ ਸਾਹਿਬ ਨੇ ਲਾਗੂ ਕਰਵਾਈ ਸੀ। ਆ ਪੱਕੇ ਖਾਲੇ, ਪੱਕੀਆਂ ਨਹਿਰਾਂ, ਪੱਕੀਆਂ ਸੜਕਾਂ ਪਿੰਡ ਆ ਪੁਲ ਕਿਵੇਂ ਪੰਜਾਬ ਦੇ ਵਿੱਚ ਜਾਲ ਵਿਛਿਆ, ਇਹ ਸਭ ਕੁਝ ਸਰਦਾਰ ਬਾਦਲ ਦੀ ਸਰਕਾਰ ਨੇ ਕੀਤਾ। ਬੈਠੇ ਆ ਡਿਪਟੀ CM ਸਾਹਿਬ, ਇਹਨਾਂ ਨੇ ਦਿਨ ਰਾਤ ਇੱਕ ਕਰਕੇ ਪੰਜਾਬ ਦਾ ਇਨਫਰਾਸਟ੍ਰਕਚਰ ਜਿਹੜਾ ਉਹ ਬਣਾਇਆ। ਕਿਸਾਨਾਂ ਲਈ ਜੋ ਕੁਝ ਬਾਦਲ ਸਾਹਿਬ ਕਰਕੇ ਕੋਈ ਕਰ ਨਹੀਂ ਸਕਦਾ। ਪਰ ਦੁੱਖ ਦੀ ਗੱਲ ਹੈ ਕਿ ਅੱਜ ਜਿਹੜੀ ਪਾਰਟੀ ਦਾ ਏਜੰਡਾ ਸੀ ਉਹੀ ਪਾਰਟੀ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੇ ਹਮਾਇਤੀ। ਵੀਰੋ ਇਹ ਬਹੁਤ ਵੱਡਾ ਧੋਖਾ ਹੈ ਤੁਹਾਡੇ ਨਾਲ। ਇਹ ਕਦੇ ਵੀ ਕਿਸਾਨਾਂ ਦੇ ਹਮਾਇਤੀ ਨਹੀਂ ਹੋਏ ਕਾਂਗਰਸ। ਇਹ ਤਾਂ ਇਹਨਾਂ ਦਾ ਹੀ ਏਜੰਡਾ ਸੀ, ਉਹੀ ਬੀਜੇਪੀ ਨੇ ਲਾਗੂ ਕਰਤਾ। ਤੇ ਫਿਰ ਪਾਰਲੀਮੈਂਟ 'ਚ ਬਿੱਲ ਜਦੋਂ ਆਇਆ ਤਾਂ ਇਹ ਵੀ ਤਾਂ ਸਾਰੇ ਮੈਂਬਰ ਪਾਰਲੀਮੈਂਟ ਇਹਨਾਂ ਦੇ ਵੀ ਉੱਥੇ ਸੀ, ਸਾਰੇ ਹਿੰਦੁਸਤਾਨ ਦੇ ਪਾਰਲੀਮੈਂਟ ਮੈਂਬਰ ਸੀ, ਪੰਜਾਬ ਦੇ ਵੀ ਸੀ। ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟਾਂ ਨੇ ਬੈਠੇ ਆ ਸਰਦਾਰ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਨੇ ਡਟ ਕੇ ਇਸ ਦੇ ਵਰਖਲਾਫ ਬੋਲੇ ਵੀ ਪਾਰਲੀਮੈਂਟ 'ਚ ਔਰ ਵੋਟ ਵੀ ਅਗੇਂਸਟ ਪਾਈ। ਕਿਸੇ ਪਾਰਟੀ ਨੇ ਹੋਰ ਪਾਈ ਹੋਈ ਨਹੀਂ, ਆਪ ਵਾਲਿਆਂ ਨੇ ਵੀ ਨਹੀਂ ਪਾਈ, ਕਾਂਗਰਸ ਵਾਲਿਆਂ ਨੇ ਵੀ ਨਹੀਂ ਪਾਈ। ਹੌਲੀ ਹੌਲੀ ਵਾਕਆਊਟ ਕਰਦੇ ਗਏ। ਪਰ ਜੇ ਕਿਤੇ ਖੁੱਲ ਕੇ ਬੋਲੇ ਕਿਸਾਨੀ ਦੇ ਹੱਕ 'ਚ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਬੋਲੇ। ਇਹ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ। ਸੋ ਹੁਣ ਵੀ ਜੋ ਕੁਝ ਚੱਲ ਰਿਹਾ ਜਿਵੇਂ ਚੱਲ ਰਹੀਆਂ, ਕਿਸ ਤਰ੍ਹਾਂ ਕਿਸਾਨਾਂ ਦੇ ਜਿਹੜੇ ਐਜੂਕੇਸ਼ਨਾਂ ਨੂੰ ਤਾਰ-ਪੀੜੋ ਕੀਤਾ ਜਾ ਰਿਹਾ ਹੈ, ਉਹ ਸਾਰਾ ਕੁਝ ਤੁਹਾਡੇ ਸਾਹਮਣੇ ਹੈ। ਮੈਂ ਤਾਂ ਤੁਹਾਨੂੰ ਇੱਕੋ ਹੀ ਬੇਨਤੀ ਕਰਦਾ ਕਿ ਅੱਜ ਜਿਸ ਤਰ੍ਹਾਂ ਪਹਿਲਾਂ ਵਰਦੇਵ ਮਾਨ ਜੀ ਨੇ ਦੱਸਿਆ ਕਿ ਸਾਰੇ ਜ਼ਿਲ੍ਹੇ 'ਚ ਨਹੀਂ ਸਾਰੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਆ ਉਹਨਾਂ ਦੇ ਪਰਚੇ ਹੋ ਰਹੇ ਆ। ਨਹੀਂ ਲੋਕਤੰਤਰ ਦੀ ਕੋਈ ਗੱਲ ਹੀ ਨਹੀਂ। ਸਰਪੰਚ ਬਣਾਏ ਆ ਤਾਂ ਵੀ ਸਾਰਿਆਂ ਦੇ ਪੇਪਰ ਰੱਦ ਕਰਕੇ ਕੀ ਆਂਦਾ ਫਿਰ ਹੁਣ ਨਵਾਂ ਪ੍ਰੋਪਗੈਂਡਾ ਸ਼ੁਰੂ ਕੀਤਾ, ਧਮਕੀਆਂ ਦੇ ਰਹੇ ਆ ਕਿ ਜਿਹੜੇ ਮਿਊਨਿਸਪੈਲਿਟੀ ਦੇ ਆ ਰਹੇ ਇਲੈਕਸ਼ਨ ਉਹਨਾਂ 'ਚ ਵੀ ਅਸੀਂ ਸਾਰਿਆਂ ਦੇ ਪੇਪਰ ਰੱਦ ਕਰਾ ਦਿੰਦੇ ਆ, ਸਭ ਕੁਝ ਕਰ ਦੇਣਾ। ਕਰਤਾ ਦਿਓ ਜੋ ਕੁਝ ਮਰਜ਼ੀ, ਤੁਸੀਂ ਕਾਗਜ਼ 'ਚੋਂ। ਪਰ ਲੋਕ ਕਦੇ ਵੀ ਇਹ ਧੱਕਿਆਂ ਨੂੰ ਮਾਫ ਨਹੀਂ ਕਰਦੇ। ਸੋ ਮੈਂ ਤਾਂ ਤੁਹਾਨੂੰ ਇੱਕੋ ਹੀ ਬੇਨਤੀ ਕਰਦਾ ਵੀ ਅੱਜ ਸਮਾਂ ਇੱਕ ਹੋ ਜਾਣ ਦਾ। ਦਾਸ ਦੀ ਡਿਊਟੀ ਲਾਈ ਹੈ ਪ੍ਰਧਾਨ ਜੀ ਨੇ ਕਿ ਇਸ ਏਰੀਏ ਦੀਆਂ 9 ਸੀਟਾਂ ਆਪਾਂ ਜਿੱਤਣੀਆਂ। ਮੈਂ ਇੱਕ ਬੇਨਤੀ ਕਰਦਾ ਕਿ ਜਿਹੜੇ ਵਰਕਰ ਹੈ ਉਹਨਾਂ ਨੇ ਕਦੇ ਪਾਰਟੀ ਨੂੰ ਪਿੱਠ ਨਹੀਂ ਦਿਖਾਈ। ਹਮੇਸ਼ਾ ਵਰਕਰ ਆ ਜਿਹੜੇ ਲੀਡਰ ਹੈ ਸਾਡੇ ਥੋੜੇ ਵਾਲੇ ਇਹੀ ਗੜਬੜ ਕਰਦੇ ਤੇ ਹੁਣ ਇਹ ਗੜਬੜ ਰਹਿ ਨਹੀਂ ਦੇਣੀ। ਦੇਖੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਲੀਡਰ ਸਾਹਿਬਾਨ ਕਿ ਉਹਨਾਂ ਚਿਰ ਕੰਮ ਚੱਲਣਾ ਨਹੀਂ ਜਿੰਨਾ ਚਿਰ ਆਪਾਂ ਇੱਕ ਟੀਮ ਬਣਾ ਕੇ ਕੰਮ ਨਹੀਂ ਕਰਦੇ। ਸੋ ਇਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਤੇ ਇਹਨਾਂ ਨੂੰ ਆਪਾਂ ਇਕੱਠੇ ਵੀ ਕਰ ਦੇਣਾ ਸਾਰਿਆਂ ਨੂੰ। ਹੈ ਵੀ ਪਾਉਂਦੇ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ, ਆ ਜਿਹੜੇ ਘਰੇ ਬੈਠ ਕੇ ਵੀ ਵੋਟ ਪਾ ਦਾਂਗੇ ਜੀ, ਮਦਦ ਕਰਦੇ ਨਹੀਂ ਜੀ, ਫਲਾਨਾ ਜੀ ਧਮਕਾ ਜੀ, ਇਹ ਗੱਲਾਂ ਖਤਮ ਕਰਕੇ
ਸਾਰੀਆਂ ਹੁਣ ਆਪਾਂ ਟੀਮ ਬਣਾ ਕੇ ਚੱਲਣਾ ਹੈ। 1 ਸਾਲ ਆਪਣੇ ਕੋਲ ਸਮਾਂ ਰਹਿ ਗਿਆ ਸਾਰਾ, ਤੇ ਇਸ ਸਾਲ ਦੇ ਵਿੱਚ ਪਿੰਡ ਪਿੰਡ ਘਰ ਘਰ ਸਾਰੇ ਟੀਮ ਬਣਾ ਕੇ ਫਿਰ ਜਾਓ ਮੇਰੇ ਵੀਰੋ, ਤਾਂ ਜਾ ਕੇ ਆਪਾਂ ਛਿੱਤਰਾਂ ਤੋਂ ਬਚਾਂਗੇ। ਤੇ ਨਹੀਂ ਤਾਂ ਐਂ ਜੇ ਜੰਡੇ ਖਾਣੇ ਐਂ ਹੀ ਪਰਚੇ ਕਰਾਉਣੇ ਆ ਤਾਂ ਜਿਵੇਂ ਮਰਜ਼ੀ ਤੁਰੇ ਫਿਰੋ, ਫਿਰ ਤਾਂ ਕੋਈ ਗੱਲ ਨਹੀਂ ਬਣਨੀ। ਅੱਜ ਮਾਹੌਲ ਤੁਹਾਡੇ ਹੱਕ 'ਚ ਹੈ, ਕਿਉਂਕਿ ਬੀਜੇਪੀ ਨੇ ਵੀ ਸਾਡੇ ਤੇ ਡੰਡਾ ਫੇਰਿਆ ਤੇ ਕਾਂਗਰਸ ਪਹਿਲਾਂ ਹੀ ਕਦੇ ਮਾਫ ਨਹੀਂ ਕਰਦੀ, ਸਾਨੂੰ ਕਦੇ ਵੀ ਨਹੀਂ ਕਰਦੀ। ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਜਦੋਂ ਵੀ ਕਦੇ ਕਾਂਗਰਸ ਸਰਕਾਰ ਆਈ ਹੈ, ਇੱਕ ਪਿੰਡ ਨੂੰ ਇਕਾਈ ਮੰਨ ਲਓ, ਚਾਹੇ ਕਿਸੇ ਪਿੰਡ ਨੂੰ, ਕਿਸੇ ਪਿੰਡ 'ਚ ਚਲੇ ਜਾਓ, ਉਸ ਪਿੰਡ ਦੀਆਂ ਸੜਕਾਂ, ਉਸ ਪਿੰਡ ਦਾ ਸਕੂਲ, ਉਸ ਪਿੰਡ ਦਾ ਵਾਟਰ ਵਰਕਸ, ਉਸ ਪਿੰਡ ਦਾ ਸੇਵਾ ਕੇਂਦਰ ਤਾਂ ਇਹਨਾਂ ਨੇ ਬੰਦ ਹੀ ਕਰਤੇ। ਸੋ ਸਾਰਾ ਕੁਝ ਬਾਦਲ ਸਾਹਿਬ ਦੇ ਸਟੈਂਡ ਹੀ ਹੁੰਦਾ, ਇਹ ਤਾਂ ਪੈਚ ਵਰਕ ਨਹੀਂ ਵੀ ਕਰ ਸਕਦੇ। ਪਿਛਲੇ ਵਾਰੀ ਵਿਧਾਨ ਸਭਾ 'ਚ ਇੱਕ ਕਾਂਗਰਸੀ ਨੇ ਦਿੱਤਾ ਸੀ ਜਵਾਬ, ਕੀ ਕੀਤਾ ਜੀ, ਕਿ ਪੈਚ ਵਰਕ ਕਰਤਾ 5 ਸਾਲਾਂ 'ਚ। ਇਹ ਤਾਂ ਐਤਕੀ ਪੈਚ ਵਰਕ ਵੀ ਨਹੀਂ ਹੋਇਆ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਵੀ ਤਕੜੇ ਹੋ ਕੇ ਮਾਰ ਆਪਾਂ ਨੂੰ ਇੱਥੇ ਹੀ ਪੈਂਦੀ ਹੈ ਜਦੋਂ ਆਪਾਂ ਪਿੰਡਾਂ 'ਚ ਵੀ ਗਰੁੱਪ ਬਣਾ ਲੈਂਦੇ ਆ ਕਿ ਜੇ ਫਲਾਨਾ ਉਧਰ ਹੈ ਤਾਂ ਮੈਂ ਉਧਰ ਜਾਣਾ ਨਹੀਂ। ਇੱਕ ਤਾਂ ਵੀਰੋ ਹੱਥ ਜੋੜ ਕੇ ਬੇਨਤੀ ਹੈ ਗੱਲਾਂ ਛੱਡੋ। ਦੂਸਰਾ ਭਾਈ ਜਿਹੜਾ ਕੋਈ ਹੋਰ ਮਾੜੀ ਮੋਟੀ ਕਸਰ ਹੈ ਉਹ ਹੁਣ ਕੱਢ ਦੇਣੀ ਹੈ, ਘਬਰਾਓ ਨਾ, ਤਕੜੇ ਹੋ ਕੇ ਆਪਾਂ ਇਹ ਸੀਟ ਜਿੱਤਣੀ ਹੈ, ਔਰ ਜਿੱਤਣੀ ਵੀ ਪੂਰੇ ਲੀਡ ਤੇ ਹੈ। ਕਿਉਂਕਿ ਕਾਂਗਰਸੀ ਜਿਹੜਾ ਮਿਨਿਸਟਰ ਹੈ ਉਹਦੇ ਬਾਰੇ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਵੀ ਕੀ ਕੁਛ ਕਰੀ ਜਾਂਦੇ। ਇਹ ਲੋਕਤੰਤਰ ਦੀਆਂ ਧੱਜੀਆਂ ਉੱਡ ਰਹੀਆਂ, ਜਿਹਨੂੰ ਮਰਜ਼ੀ ਅੰਦਰ ਫੜ ਕੇ ਦੇ ਦਿੰਦੇ ਆ, ਕੋਈ ਕਿਸੇ ਦਾ ਪੁੱਛ ਗਿੱਛ ਨਹੀਂ, ਕੋਈ ਕੁਛ ਗੱਲ ਨਹੀਂ, ਕੋਈ ਬਾਤ ਨਹੀਂ। ਸੋ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਪ੍ਰਧਾਨ ਜੀ ਨੇ ਬੋਲਣਾ, ਜ਼ਿਆਦਾ ਸਮਾਂ ਤੁਹਾਡਾ ਲੈਣਾ। ਮੈਂ ਕਹਿੰਦਾ ਜੀ ਪ੍ਰਧਾਨ ਜੀ ਬੋਲਣ ਵਾਲੇ ਵਾਹਿਗੁਰੂ ਜੀ ਕਾ ਲਾਈਕ ਚੱਕਣਾ ਤਾਂ ਬਾਈ ਵਾਲੇ ਪੇਜ ਤੋਂ ਲਿੰਕ ਚੱਕ ਲਓ। ਇੱਥੇ ਤਾਂ ਕੋਈ ਨਹੀਂਗਾ ਲਾਈਵ, ਇਕੱਲਾ ਬਾਈ ਵਾਲੇ ਪੇਜ ਤੋਂ ਹੀ ਚੱਲ ਰਿਹਾ ਬਸ। ਪ੍ਰਧਾਨ ਜੀ ਤੋਂ ਬੋਲਣ ਤੋਂ ਪਹਿਲਾਂ ਗਗਨ ਆਪਣੇ ਵਾਲਾ ਯੂਥ ਅਕਾਲੀ ਦਲ ਦੇ ਸਰਕਲਾਂ ਦੇ ਪ੍ਰਧਾਨ, ਐਸਸੀ ਵਿੰਗ ਦੇ ਸਰਕਲਾਂ ਦੇ ਪ੍ਰਧਾਨ, ਅਕਾਲੀ ਦਲ ਦੇ ਸਰਕਲਾਂ ਦੇ ਪ੍ਰਧਾਨ ਨੂੰ ਸਰੋਪੇ ਤੇ ਬਖਸ਼ਿਸ਼ ਕਰ ਰਹੀ ਹੈ। ਸਰੋਪੇ ਯੂਥ ਅਕਾਲੀ ਦਲ ਵਾਲੇ ਪਹਿਲਾਂ ਯੂਥ ਅਕਾਲੀ ਦਲ ਨੂੰ ਖਿੱਚ ਦੇ ਸਰਕਲ ਪ੍ਰਧਾਨ ਹੈ ਜੋ ਆ ਜਾਣ। ਇੱਧਰ ਆ ਦੂਜੇ ਬੂਟਾ ਸਿੰਘ ਜੀ, ਸ਼ਾਮ ਸਿੰਘ ਵਾਲਾ, ਹੈਪੀ ਭੰਡਾਰੀ ਜੀ, ਗਰਮੇਲ ਸਿੰਘ ਚੱਕ ਸ਼ਿਕਾਰਗੜ੍ਹ, ਇੱਧਰ ਜੀ ਨੀਸ਼ੂ ਗੋਲੂ ਕੇ, ਇੱਧਰ ਹੋ ਜਾ ਤੂੰ ਮੇਰੀ ਥਾਂ। ਗੁਰਪ੍ਰੀਤ ਸਿੰਘ ਰੋੜਾ ਵਾਲਾ, ਖੜ ਜਾਓ ਇੱਥੇ, ਖੜ ਜਾਓ ਇੱਥੇ, ਖੜੋ ਇੱਥੇ। ਆਮਦ ਜੋਨ ਤੋਂ ਰਮੇਸ਼ ਕੁਮਾਰ ਕੁੱਕੜ ਜੀ ਪੰਜੇਕੇ ਤੋਂ, ਲਾਡਾ ਬੋਰਾ ਜੀ, ਉਹ ਠੱਲੀ ਉਹਨੂੰ ਕਹਿ, ਨਿਸ਼ੂ ਨੂੰ ਕਹਿ ਇੱਥੇ ਖੜੀ। ਇੱਕ ਮਿੰਟ ਸਾਈਡ ਤੇ ਲੈ ਜਾਓ, ਦੂਜਾ ਲੈ ਗਿਆ ਤੇ ਕਰੀ ਦੇ। ਲਾਡੇ ਸਾਈਡ ਤੇ। ਹੁਣ ਮੈਂ ਬੇਨਤੀ ਕਰਾਂ ਐਸਸੀ ਵਿੰਗ ਵਾਲੇ ਸਰਕਲਾਂ ਦੇ ਪ੍ਰਧਾਨ ਉਹ ਵੀ ਤਿਆਰੀ ਰੱਖਣ। ਬੋਲੇ ਸੋਨਿਆ। ਇਹਨਾਂ ਨਾਲ ਇੱਕ ਫੋਟੋ ਕਰਾ ਲਓ ਜੀ ਇਕੱਠੀ। ਖੜ ਜਾਓ ਇੱਧਰ, ਦੋ ਜਣੇ ਇੱਧਰ ਖੜ ਜਾਓ, ਦੋ ਜਣੇ ਖੜ ਜਾਓ। ਬਈ ਨੂੰ ਅੱਗੇ ਆ ਜਾਣਾ, ਬਈ ਨੂੰ ਅੱਗੇ ਕਰ ਲੈਣਾ। ਐਸਸੀ ਵਿੰਗ ਵੱਲੋਂ ਜਿਹੜੀ ਤਿਆਰੀ ਹੈ, ਗੁਰਪ੍ਰੀਤ ਬਾਈ ਨੂੰ ਤਾਂ ਆ ਜਾਂਦੇ ਅੱਗੇ। ਆ ਬਈ ਮੋਬਾਈਲ ਥੋੜਾ ਪਿੱਛੇ ਕਰੀ ਯਾਰ। ਐਸਸੀ ਵਿੰਗ ਵਾਲੇ ਸਾਡੇ ਵੀਰ ਨੇ ਸਰਦਾਰ ਜਸਪਾਲ ਸਿੰਘ ਜੀ, ਉਹ ਆ ਜਾਣ। ਹਕੀਕਾ ਸਰਪੰਚ ਹਰਬੰਸ ਸਿੰਘ, ਬਸਤੀ ਕੇਸਰ ਸਿੰਘ ਵਾਲਾ, ਗੁਲਸ਼ਨ ਕੁਮਾਰ ਐਕਸਐਮਸੀ, ਆਓ ਗੁਰਮੀਤ ਅੱਗੇ। ਕੁੜੀ ਸ਼ੇਰ ਮੁਹੰਮਦ ਤੋਂ ਹਰਵਿੰਦਰ ਸਰਪੰਚ ਨਦਾਨਾ, ਗੁਰਮੀਤ ਸਿੰਘ ਪੰਜੇਕੇ ਤੋਂ, ਗੁਰਬਖਸ਼ ਸਿੰਘ ਛਾਂਗਰਾਏ ਤੋਂ। ਜਸਪਾਲ ਇੱਥੇ ਖੜ ਜਾਓ ਇੱਕ ਵਾਰੀ, ਖੜੋ ਯਾਰ ਇੱਥੇ ਇੱਕ ਵਾਰੀ। ਬੋਲੇ ਸੋਨਿਆ। ਗੁਰਮੀਤ ਇੱਧਰ ਆ ਜਾ, ਇੱਧਰ ਅੱਗੇ ਲੰਘ ਜਾ, ਅੱਗੇ ਲੰਘ ਜਾ ਗੁਰਮੀਤ, ਇੱਧਰ ਹੀ ਆ। ਇੱਧਰ ਆ ਜਾ ਜੀ, ਹੋਰ ਨਾਲ ਹੋ ਜਾ ਜਸਪਾਲ। ਗੁਰਮੀਤ ਅੱਗੇ ਆ, ਮਾੜਾ ਪਿੱਛੇ ਰਹਿ, ਅੱਗੇ ਆ ਜਾ ਉਹਨੂੰ ਪਿੱਛੇ। ਪ੍ਰਿੰਸ ਉਹ ਗੁਰਮੀਤ ਨੂੰ ਅੱਗੇ ਕਰਨਾ ਯਾਰ, ਸਰਕਲ ਪ੍ਰਧਾਨ ਨੂੰ। ਆਵੇ ਗੁਰਬਖਸ਼ ਨੂੰ। ਠੀਕ ਹੈ ਜੀ, ਥੈਂਕ ਯੂ। ਖੜ ਜਾਓ। ਹੁਣ ਅਕਾਲੀ ਦਲ ਦੇ ਸਰਕਲ ਪ੍ਰਧਾਨ ਸਰਦਾਰ ਗੁਰਬਾਜ ਸਿੰਘ ਜੀ, ਸਰਦਾਰ ਗਜਰ ਸਿੰਘ ਜੀ, ਮੇਜਰ ਸਿੰਘ ਜੀ, ਸ਼ੇਰਚੰਦ ਗੁੰਗੀ,
ਗੁਰਸ਼ਰਨ ਚਾਵਲਾ ਜੀ, ਅੰਕਲ ਜੀ ਇੱਕ ਮਿੰਟ ਸਾਹਮਣੇ ਦੇਖਣਾ ਜੀ। ਪ੍ਰੇਮ ਸੰਦੇਵਾ ਜੀ, ਸੁਰਜੀਤ ਮਾਦੀਕਿਆਂ ਤੋਂ, ਸਤਨਾਮ ਗੁੱਜਰ ਪੰਜ ਗਰਾਈ, ਸਤਨਾਮ ਮੇਘਾ ਰਾਏ ਤੋਂ ਨੇੜੇ ਹੋ ਜਾਣ। ਬੋਲੇ ਸੋਹਣਿਆ। ਉੱਥੇ ਠੀਕ ਹੈ ਜੀ। ਥੋੜਾ ਜਿਹਾ ਪਿੱਛੇ ਹੋ ਜਾਓ ਆਪ ਹੀ ਤੁਸੀਂ ਸਾਰੇ ਯਾਰ, ਸਾਰੇ ਪਿੱਛੇ ਹੋ ਜਾਓ, ਇਹਨੂੰ ਵੀ ਕਰਦੇ ਪਿੱਛੇ ਹੋ ਥੋੜਾ, ਤੂੰ ਪਰੇ ਹੋ ਜਾ ਮੜਾ ਜਗਦੀਪ, ਹਾਂਜੀ ਸਾਰੇ ਜਣੇ ਨਾ ਇੱਕ ਵਾਰੀ ਹੋ ਜਾਓ ਜੀ ਭਾਈ ਸਰ। ਯਾਰ ਇੱਦਾਂ ਅੱਗੇ ਕਿੱਧਰ ਚੱਲਦਾ ਮੋਬਾਈਲ ਵਾਲਾ ਪਿੱਛੇ ਕਰ, ਕਿੰਨਾ ਮੋਬਾਈਲ ਆ। ਗੁਰਮੀਤ ਜੀ ਅੱਗੇ ਆ ਜਾਓ, ਇੱਧਰ ਆ ਜਾਓ, ਖੜ ਜਾਓ, ਆ ਜਾਂਦੇ ਆ ਗੁਰਮੀਤ ਨੂੰ ਆ ਜਾਂਦੇ, ਆ ਜਾ ਕਰ ਬਸ ਠੀਕ ਹੈ। ਤੁਸੀਂ ਇੱਧਰ ਆ ਜਾਓ ਛੇੜ ਦੀ। ਹੁਣ ਢਾਡੀ ਜਥਾ ਮਲਕੀਤ ਸਿੰਘ ਮੱਲਣ ਉਹ ਆ ਕੇ ਪ੍ਰਧਾਨ ਜੀ ਨੂੰ ਸਨਮਾਨਿਤ ਕਰਨਗੇ। ਢਾਡੀ ਜਥਾ ਮਲਕੀਤ ਸਿੰਘ ਮੱਲਣ। ਬੋਲੇ ਸੋਹਣਿਆ। ਇਸ ਤੋਂ ਬਾਅਦ ਪਰੇ ਹੋ ਜਾਓ ਮੜਾ ਜਾ, ਮੜਾ ਜਾ ਪਾਸੇ ਪਾਸੇ ਹੋ ਕੇ ਕਰ ਭਾਈ, ਵਿਚਾਲੇ ਨਹੀਂ, ਉਧਰ ਹੋ ਜਾ ਸਾਈਡ ਤੇ, ਸਾਈਡ ਤੇ ਹੋ ਜਾਓ ਜੀ, ਸਾਈਡ ਤੇ ਇੱਧਰ ਆ ਜਾਓ, ਕੁਰਸੀਆਂ ਲੈ ਲਓ। ਆ ਚੱਕੀ ਤਾਂ ਚੱਕੀ ਸਰੋਪੇ ਤਾਂ ਚੱਕ ਸਰੋਪੇ ਥੱਲੇ। ਬਹਿ ਜਾਓ ਤੁਸੀਂ, ਇੱਥੇ ਬਹਿ ਜਾਓ, ਪ੍ਰਿੰਸ ਬਹਿ ਜਾਓ ਯਾਰ ਇੱਥੇ। ਇੱਕ ਵਾਰੀ ਫੋਟੋ ਲੈ ਲਓ, ਬਾਕੀ ਫਿਰ ਚੱਲਣ ਦੇ। ਥੱਲੇ ਬਹਿ ਜਾਓ ਜੇ ਬਾਲੀ ਪ੍ਰੋਬਲਮ ਆ ਨਾ, ਇੱਥੇ ਹੋ ਜਾ ਨਾਲ, ਉਹ ਕੁਰਸੀ ਤੇ ਬਹਿ ਜਾ ਨੰਨੀ। ਆ ਚੇਅਰ ਇਹਨਾਂ ਨੂੰ ਛੱਡ ਦਿਓ ਨਾ, ਮੀਡੀਆ ਨੂੰ ਛੱਡ ਦਿਓ ਕੁਰਸੀਆਂ ਮੂਰਲੀਆਂ, ਇੱਥੇ ਬਹਿ ਜਾਓ। ਜਗਦੀਪ ਤੁਸੀਂ ਪਿੱਛੇ ਹੋ ਜਾਈਏ ਥੋੜਾ ਜਿਹਾ, ਇੱਧਰ ਬਹਿ ਜਾਓ। ਨਹੀਂ ਉੱਥੇ ਬਹਿ ਜਾ ਨਾਲ, ਬਹਿ ਜਾ ਨਹੀਂ ਇਹਨੂੰ ਬਹਿਣ ਦੇ, ਇੱਥੇ ਖੜਨ ਦੇ ਯਾਰ, ਉਹ ਨੰਬਰਦਾਰ ਬੈਠਣ ਦੇ ਨਾਲ ਬਾ, ਤੂੰ ਇੱਧਰ ਆਇਆ, ਤੂੰ ਇੱਥੇ ਬਹਿ ਜਾ। ਮੈਂ ਗੁਰੂ ਹਰਸਾਏ ਹਲਕੇ ਦੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਫਤਿਹ ਅਰਜ਼ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਆਪਾਂ ਵਰਕਰ ਮੀਟਿੰਗ ਕਰ ਰਹੇ ਹਾਂ, ਇਸ ਵਰਕਰ ਮੀਟਿੰਗ ਦੇ 3-4 ਮਕਸਦ ਹੈ। ਇੱਕ ਮਕਸਦ ਹੈ ਕਿ ਅਗਲੇ ਮਹੀਨੇ 14 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰ੍ਹੇਗੰਢ ਮਨਾਉਣ ਲੱਗੇ ਆਪਾਂ, 100 ਸਾਲ। ਸ਼੍ਰੀ ਅਨੰਦਪੁਰ ਸਾਹਿਬ ਉੱਥੇ ਪ੍ਰੋਗਰਾਮ ਹੋਣਗੇ। ਆਪਣੀ ਜਿਹੜੀ ਲੀਡਰਸ਼ਿਪ ਹੈ ਹਰ ਹਲਕੇ ਤੋਂ 12 ਤਰੀਕ ਨੂੰ ਆਪਾਂ ਉੱਥੇ ਪਹੁੰਚਣਾ ਹੈ। ਖੰਡਪੜ ਸਾਹਿਬ ਦੇ ਤੋਂ ਉੱਥੇ ਸ਼ੁਰੂਆਤ ਉੱਥੇ ਹੋਊਗੀ, ਰਮਤਾ ਹੋਊਗੀ, ਤੇ 12 ਰਾਤ 13 ਰਾਤ ਤੇ 14 ਨੂੰ ਫਾਈਨਲ ਪ੍ਰੋਗਰਾਮ ਕਰਕੇ ਵਾਪਸ ਆਉਣਾ। ਉੱਥੇ ਕਈ ਵੱਖ-ਵੱਖ ਪ੍ਰੋਗਰਾਮ ਕੀਤੇ ਜਾਣਗੇ, ਜਾਣੂ ਕਰਾਇਆ ਜਾਊਗਾ ਆਪਣੇ ਇਤਿਹਾਸ ਬਾਰੇ ਵੀ। ਸ਼੍ਰੋਮਣੀ ਅਕਾਲੀ ਦਲ ਹੈ ਕੀ? ਆ ਕੋਈ ਆਮ ਪਾਰਟੀ ਨਹੀਂ ਹੈ। ਜਿਵੇਂ ਤੁਸੀਂ 100ਵੇਂ ਵਰ੍ਹੇਗੰਢ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਾਂ ਬਣਾਈ, ਆਪਣੇ ਅੰਮ੍ਰਿਤਸਰ ਸਾਹਿਬ ਉੱਥੇ ਸਿੰਘ ਸਾਹਿਬ ਨੇ ਵੀ ਜ਼ਿਕਰ ਕੀਤਾ ਨਾ, ਸਾਰੇ ਵਿਦਵਾਨ ਤੇ ਸਾਰੇ ਬੁਲਾਰਿਆਂ ਨੇ ਜ਼ਿਕਰ ਕੀਤਾ ਕਿ ਸਾਰੇ ਗੁਰੂ ਧਾਮਾਂ ਦੇ ਵਿੱਚ ਸੇਵਾ ਸੰਭਾਲ ਲਈ ਜਦੋਂ ਉਹ ਲੋਕਾਂ ਦੇ ਹੱਥ ਸੀ ਜਿਨ੍ਹਾਂ ਨੇ ਕੋਈ ਮਰਿਆਦਾ ਦਾ ਪਾਲਣ ਨਹੀਂ ਕੀਤਾ ਤੇ ਐਜੇ ਕੰਮ ਕੀਤੇ ਜਿਹੜੇ ਆਪਣੀ ਕੌਮ ਨੂੰ ਮਨਜ਼ੂਰ ਨਹੀਂ ਸੀ। ਤੇ ਫਿਰ ਆਪਣੀ ਸੰਗਤ ਇਕੱਠੀ ਹੋਈ, ਲੀਡਰਸ਼ਿਪ ਇਕੱਠੀ ਹੋਈ ਤੇ ਉਹਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ। ਉਹਦੇ ਵੀ 100 ਸਾਲ ਇਸ ਮਹੀਨੇ ਹੋ ਗਏ।
ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ, ਉਦੋਂ ਇੱਕ ਫੈਸਲਾ ਕੀਤਾ ਗਿਆ ਕਿ ਕੌਮ ਨੂੰ ਸੇਧ ਦੇਣ ਵਾਸਤੇ, ਕੌਮ ਦੀ ਲੜਾਈ ਲੜਨ ਵਾਸਤੇ ਸਿਆਸੀ ਪਾਰਟੀ ਚਾਹੀਦੀ ਹੈ। ਤੇ 1 ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ। ਸ਼੍ਰੋਮਣੀ ਅਕਾਲੀ ਦਲ, ਜਾਂ ਜੇ ਤੁਸੀਂ ਇਤਿਹਾਸ ਪਹਿਲੀ ਤਰੀਕ ਤੋਂ ਤੁਸੀਂ ਦੇਖੋਗੇ, ਅਸੀਂ ਟੀਵੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਪਿਕਚਰ ਬਣਾਈ ਹੈ, ਜਿਹੜੀ ਦਿਖਾਵਾਂਗੇ, ਤੁਸੀਂ ਜ਼ਰੂਰ ਦੇਖਿਓ। ਤੁਹਾਨੂੰ ਆਪ ਪਤਾ ਲੱਗੂਗਾ, ਮਾਣ ਹੋਊਗਾ, ਖੁਸ਼ੀ ਹੋਊਗੀ ਕਿ ਤੁਸੀਂ ਉਸ ਜਥੇਬੰਦੀ ਦੇ ਮੈਂਬਰ ਹੋ, ਜਿਹੜੀ ਕੁਰਬਾਨੀ ਦੇਣ ਵਾਲੀ, ਸ਼ਹਾਦਤਾਂ ਦੇਣ ਵਾਲੀ। ਅੱਜ ਜੋ ਮੈਂ ਕਹਿ ਸਕਦਾ, ਅੱਜ ਜੋ ਕੁਝ ਪੰਜਾਬ 'ਚ ਬਣਿਆ ਹੈ ਤੇ ਜੋ ਕੁਝ ਤਰੱਕੀ ਹੋਈ ਹੈ, ਉਦੋਂ ਹੀ ਹੋਈ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਹੈ। ਅੱਜ ਦੀਆਂ ਬਣਾਉਣ ਵਾਲਾ, ਸ਼ੁਰੂਆਤ ਕਰਨ ਵਾਲਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ। ਪਹਿਲੇ ਆਪਣੇ ਪਿੰਡਾਂ 'ਚ ਮੰਡੀਆਂ ਨਹੀਂ ਹੁੰਦੀਆਂ ਸੀ। ਆ ਫੋਕਲ ਪੁਆਇੰਟ ਸਕੀਮ ਬਾਦਲ ਸਾਹਿਬ, ਮੰਡੀਆਂ ਖੋਲੀਆਂ ਬਾਦਲ ਸਾਹਿਬ ਨੇ ਸ਼ੁਰੂ ਕੀਤੀਆਂ। ਜਿੰਨੀਆਂ ਵੀ ਪੰਜਾਬ 'ਚ ਮੰਡੀਆਂ ਬਣੀਆਂ, ਮੈਂ ਇੱਕ ਦਿਨ ਸਰਕਾਰੀ ਮਹਿਕਮੇ ਤੋਂ ਡੇਟਾ ਕਢਾਇਆ ਕਦੋਂ ਬਣੀਆਂ। 90% ਤੋਂ ਵੱਧ ਮੰਡੀਆਂ ਉਦੋਂ ਹੀ ਬਣੀਆਂ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ। ਕਾਂਗਰਸ ਤਾਂ ਕੁਝ ਕੀਤਾ ਹੀ ਨਹੀਂ। ਤੇ ਸ਼੍ਰੋਮਣੀ ਅਕਾਲੀ ਦਲ ਅਸੂਲੀ ਪਾਰਟੀ ਹੈ, ਜਿਹੜੀ ਵਾਸਤੇ ਲੜਾਈ ਲੜਦੀ ਹੈ। ਅਸੀਂ ਬਿਨਾਂ ਪ੍ਰਵਾਹ ਕਰੀਏ ਨਾ ਡਰੀਏ। ਆ ਜਿਹੜੀ ਕਿਸਾਨੀ ਦੀ ਆਪਾਂ ਲੜਾਈ ਲੜ ਰਹੇ ਹਾਂ, ਮੈਂ ਕਹਿੰਦਾ ਇੱਕ ਪਾਰਟੀ ਜਿਹਨੇ ਸਭ ਤੋਂ ਵੱਡਾ ਦੋਗਲਾ ਕੰਮ ਕੀਤਾ ਹੈ ਤੇ ਜਿਹੜੇ ਸਹੀ ਮੈਨੇ ਤੇ ਪਿੰਡ ਤੇ ਛੁੜਾ ਮਾਰਿਆ, ਕੈਪਟਨ ਅਮਰਿੰਦਰ ਸਿੰਘ। ਕੈਪਟਨ ਅਮਰਿੰਦਰ ਸਿੰਘ ਦਾ ਤੁਸੀਂ ਚੋਣ ਪੱਤਰ 2007 ਵਾਲਾ ਆਪਾਂ ਚੋਣ ਪੱਤਰੀ ਪੜ੍ਹ ਲਈਏ। ਉਹਨੇ ਚੋਣ ਪੱਤਰ ਜਿਹੜੇ 3 ਕਾਨੂੰਨ ਬਣਾਏ, ਉਹਨੇ ਆਪਣੇ ਚੋਣ ਪੱਤਰ 'ਚ ਲਿਖੇ ਹੈ। ਮੈਂ ਕੈਪਟਨ ਨੂੰ ਪੁੱਛਿਆ ਸੀ, ਮੈਂ ਕਿਹਾ ਤੁਸੀਂ ਤਾਂ ਆਪਣੇ ਚੋਣ ਪੱਤਰ ਲਿਖੇ ਤੇ ਕੈਪਟਨ ਨੇ ਹੋਰ ਕੋਈ ਕੰਮ ਪੂਰਾ ਨਹੀਂ ਕੀਤਾ, ਪੰਜਾਬ ਸ਼ੁਰੂ ਵੀ ਨਹੀਂ ਕੀਤਾ। ਕੱਲ ਤੇ 3 ਕਾਨੂੰਨ ਬਣਾਏ ਪਹਿਲੇ 6 ਮਹੀਨੇ ਦੇ ਅੰਦਰ, ਜਿਹੜੇ ਅੱਜ ਕਿਸਾਨ ਜਥੇਬੰਦੀਆਂ ਦੀ ਲੜਾਈ ਲੜ ਰਹੇ। ਤੇ ਵੱਡੀ ਗੱਲ ਤੁਸੀਂ ਦੇਖੋ, 2019 ਛੁੜੀ ਪਾਰਲੀਮੈਂਟ ਦੇ ਜਦੋਂ ਮੈਂ ਇੱਥੋਂ ਲੜਿਆ, ਉਦੋਂ ਕਾਂਗਰਸ ਦਾ ਚੋਣ ਸੈਂਟਰ ਦਾ, ਦੇਸ਼ ਦਾ ਚੋਣ ਪੱਤਰ ਦੇਖ ਲਓ, ਉੱਥੇ ਲਿਖਿਆ ਰਾਹੁਲ ਗਾਂਧੀ ਦੀ ਫੋਟੋ, ਉੱਥੇ ਲਿਖਿਆ। ਉਹ ਤਾਂ ਇੱਕ ਗੱਲ ਹੋਰ ਵੀ ਅੱਗੇ ਕਹਿ ਗਿਆ ਰਾਹੁਲ ਗਾਂਧੀ ਕਿ ਜਿੰਨੀਆਂ ਸਰਕਾਰੀ ਮੰਡੀਆਂ ਪੂਰੇ ਦੇਸ਼ ਵਿੱਚ ਮੈਂ ਸਾਰੀਆਂ ਬੰਦ ਕਰ ਦੇਣੀਆਂ, ਸਾਰੀਆਂ ਪ੍ਰਾਈਵੇਟ ਕਰ ਦੇਣੀਆਂ। ਕਹਿੰਦੇ ਕੁਛ ਕਰਦੇ ਕੁਛ। ਇੱਥੇ ਵੀ ਤੁਸੀਂ ਦੇਖੀ ਚਲਾਕੀ ਕੀ ਕਹਿੰਦਾ ਸੀ, ਬਸ ਮੈਂ ਅਸੈਂਬਲੀ ਦਾ ਸੈਸ਼ਨ ਬੁਲਾਇਆ ਤੇ ਮੈਂ ਰੱਦ ਕਰ ਦੇਣਾ ਸਾਰਾ ਕਾਨੂੰਨ। ਅਸੀਂ ਜਦੋਂ ਇਹਨੂੰ 2 ਸੈਸ਼ਨ ਬਣਾ ਲਿਆ ਸੀਗਾ, ਕੋਈ ਗੱਲ ਨਹੀਂ, ਤੇਰੇ ਨਾਲ ਹੈ, ਰੱਦ ਕਰਨ ਦਾ ਫੈਸਲਾ ਕਰ, ਤੂੰ ਰੱਦ ਕਰ। ਅਸੀਂ ਕਹਿੰਦਾ ਜਿਹੜਾ ਕਾਨੂੰਨ ਬਣਾ ਰਿਹਾ ਦਿਖਾ ਤਾਂ ਦੇ, ਕਿਹੜਾ ਰੱਦ ਕਿਵੇਂ ਕਰ ਰਹੇ ਆ, ਜਮਾਂ ਹੀ ਦਿਖਾਇਆ। ਜਦੋਂ ਸੈਸ਼ਨ ਸ਼ੁਰੂ ਹੋਇਆ, ਆਪਣੀ ਕੁਰਸੀ ਤੇ ਬੈਠਾ, ਉਦੋਂ ਮਜੀਠੀਆ ਸਾਹਿਬ ਖੜੇ ਹੋ ਕੇ ਕਹਿਣ ਲੱਗੇ, ਕੈਪਟਨ ਸਾਹਿਬ ਸਾਨੂੰ ਕਾਪੀ ਤੇ ਦੇ ਦਿਓ, ਜਿੱਥੇ ਅਸੀਂ ਨਿਕਾਰਾ ਛੱਡਣਾ ਹੈ, ਸਾਨੂੰ ਦੱਸ ਦਿਓ ਕੀ ਰੱਦ ਕਰ ਰਹੇ ਹੋ। ਉਦੋਂ ਉਹਨੇ ਕਾਪੀ ਵੰਡੀ, ਜੋ ਕਾਪੀ ਵੰਡੀ ਕਹਿਣ ਲੱਗਿਆ, ਅਸੀਂ ਹੁਣ ਕਹਿੰਦੇ ਤੁਹਾਨੂੰ ਘੰਟਾ ਦੇ ਦਿਓ ਪੜ੍ਹਨ ਵਾਸਤੇ। ਕਹਿੰਦਾ ਨਹੀਂ ਘੰਟਾ ਨਹੀਂ, ਆਪਾਂ ਹੁਣੀ ਗਵਰਨਰ ਕੋਲ ਜਾਣਾ, ਆਹ ਤਾਂ ਰੱਦ ਕਰਤਾ। ਅਸੀਂ ਕਿਹਾ ਚਲੋ, ਅਸੀਂ ਬਾਹਰ ਦਿਖਾਉਣਾ ਨਹੀਂ ਚਾਹੁੰਦੇ ਸੀ ਕਿ ਐ ਨਾ ਲੱਗੇ 2 ਫਾਟ ਟੁੱਟ ਹੈ। ਅਸੀਂ ਵੋਟ ਪਾ ਦਿੰਦੇ। ਪਰ ਜਦੋਂ ਸ਼ਾਮ ਨੂੰ ਅੱਗੇ ਪੜਿਆ, ਰਾਬਤਾ ਕੀਤਾ ਹੀ ਨਹੀਂ। ਇਹਨੇ ਤੇ ਸਾਨ ਵੱਡੀ ਗੱਲ ਕੀਤੀ, ਮਾਨਤਾ ਦਿੱਤੀ। ਹੁਣ ਚੋਣ ਪੱਤਰ ਉਹਨੂੰ ਦਿੱਤੇ, ਕਾਨੂੰਨਾਂ ਨੂੰ ਕੱਲਾ ਲਿਖਤਾ 2 ਲਾਈਨਾਂ ਕਿ ਐਮਐਸਪੀ ਲਿਖੀ ਨਹੀਂ ਬਣਾਈ ਜਾਏ। ਤੇ ਜਿਹੜੀ ਵੱਡੀ ਗੱਲ ਜਿਹੜੀ ਮੈਂ ਉਦੋਂ ਤੁਸੀਂ ਦੇਖਿਆ, ਮੇਰਾ ਬਿਆਨ ਮੈਂ ਕਿਹਾ ਸੀ, ਕਾਨੂੰਨ ਜਿਹੜੇ ਦੇਸ਼ ਦੇ ਬਣਦੇ ਆ, ਦੇਸ਼ 'ਚ ਕਾਨੂੰਨ 3 ਹਿੱਸਿਆਂ 'ਚ ਵੰਡੇ ਗਏ ਆ। ਜਦੋਂ ਕਨਸਟੀਟਿਊਸ਼ਨ ਬਣੀ ਸੀ, ਅੰਬੇਡਕਰ ਸਾਹਿਬ ਨੇ ਕਨਸਟੀਟਿਊਸ਼ਨ ਬਣਾਈ, ਇੱਕ ਫੈਸਲੇ ਕਿਹੜਾ ਕੱਲਾ ਸੈਂਟਰ ਕਰ ਸਕਦਾ ਹੈ, ਸੂਬੇ ਦਾ ਕੋਈ ਅਧਿਕਾਰ ਨਹੀਂ ਹੈ। ਇੱਕ ਫੈਸਲੇ ਹੁੰਦੇ ਆ ਜਿੱਥੇ ਸੂਬਾ ਤੇ ਸੈਂਟਰ ਇਕੱਠੇ ਬਹਿ ਕੇ ਕਰ ਸਕਦੇ ਆ।
ਇੱਕ ਫੈਸਲੇ ਹੁੰਦੇ ਜਿਹੜੇ ਇਕੱਲਾ ਸੂਬਾ ਕਰ ਸਕਦਾ ਹੈ, ਸੈਂਟਰ ਦਖਲ ਨਹੀਂ ਦੇ ਸਕਦਾ। ਖੇਤੀ ਉਹ ਸੂਬੇ ਦਾ ਅਧਿਕਾਰ ਹੈ। ਏਐਮਸੀ ਮੰਡੀਆਂ ਬਣਾਉਣੀਆਂ ਸੂਬੇ ਦਾ ਅਧਿਕਾਰ ਹੈ। ਜਿਵੇਂ ਏਐਮਸੀ ਐਕਟ ਬਣਾਇਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਪੂਰੇ ਪੰਜਾਬ ਨੂੰ ਇੱਕ ਮੰਡੀ ਬਣਾ ਦਿੰਦਾ, ਐਕਟ ਨਹੀਂ, ਫਿਰ ਸੈਂਟਰ ਦੇ ਕਾਨੂੰਨ ਹੀ ਖਤਮ ਹੋ ਜਾਣਾ ਸੀ। ਜਿਹੜੀ ਸਾਡੀ ਸਲਾਹ ਛੱਤੀਸਗੜ੍ਹ ਦੇ ਕਾਂਗਰਸ ਦੇ ਮੁੱਖ ਮੰਤਰੀ ਨੇ ਮੰਨੀ ਹੈ, ਹੁਣ ਉਹਨੇ ਪੂਰੇ ਸੂਬੇ ਨੂੰ ਇੱਕ ਮੰਡੀ ਬਣਾਤੀ ਤੇ ਗਵਰਨਰ ਤੋਂ ਦਸਤਖਤ ਕਰਾ ਕੇ ਕਾਨੂੰਨ ਨੂੰ ਬਣਾਤਾ, ਉੱਥੇ ਸੈਂਟਰ ਦਾ ਕਾਨੂੰਨ ਹੁਣ ਲੱਗ ਨਹੀਂ ਰਿਹਾ। ਪਰ ਕੈਪਟਨ ਕਿਉਂਕਿ ਇੱਕੋ ਗੱਲ ਹੈ, ਕੈਪਟਨ ਦੇ ਜੈ ਜਿਹੀਆਂ ਕੈਪਟਨ ਦੀਆਂ ਕਰਤੂਤਾਂ ਹੈ, ਜੈ ਜਿਹੇ ਲੋਕ ਉਹਦੇ ਕੋਲ ਰਹਿੰਦੇ ਆ, ਕੀ ਸੈਂਟਰ ਸਰਕਾਰ ਦੇ ਬਗੈਰ ਰਹਿ ਸਕਦੇ ਹੋ? ਮਤਲਬ ਹਰਿਆਣੇ ਆਪਣੇ ਰਾਜਸਥਾਨ ਦਾ ਭੁਜਾਲ ਪਾਤਾ ਕਾਂਗਰਸ ਨੂੰ, ਸੈਂਟਰ ਨੇ ਮੱਧ ਪ੍ਰਦੇਸ਼ ਦੀ ਤੋੜਤੀ ਤੇ ਕੈਪਟਨ ਨੂੰ ਨਹੀਂ ਛੇੜਿਆ। ਜੋ ਕੈਪਟਨ ਕਹਿੰਦੇ ਉਹ ਹੀ ਮੰਨਦਾ। ਹੁਣ ਕੀ ਗੱਲ ਦੱਸੋ, ਕਿਸਾਨਾਂ ਨੂੰ ਤੁਸੀਂ ਵਿਚਾਰਿਆਂ ਨੂੰ ਤਾਂ ਸਰਕਾਰ ਬਿਠਾਤਾ, ਆਪ ਤੋਂ ਨਹੀਂ ਕੀਤਾ। ਜ਼ਿੰਮੇਵਾਰੀ ਕਿਹਦੀ ਹੈ? ਜੇ ਸਾਰੇ ਸੂਬੇ ਦੀਆਂ ਪਾਰਟੀਆਂ ਇਕੱਠੀਆਂ ਹੈ, ਲੜਾਈ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੈ, ਉਹ ਸਾਡਾ ਮੁੱਖ ਮੰਤਰੀ ਹੈ। ਅੱਜ ਤੁਹਾਨੂੰ ਖਾਦ ਨਹੀਂ ਆ ਰਹੀ, ਜ਼ਿੰਮੇਵਾਰੀ ਕਿਹੜੀ ਸੀ ਮੁੱਖ ਮੰਤਰੀ ਦੀ? ਇੱਥੇ ਖਾਦ ਨਹੀਂ ਆਉਣੀ, ਖਾਦ ਨਹੀਂ ਆਉਣ ਵਾਸਤੇ ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, 3 ਮਹੀਨੇ ਪਹਿਲੇ ਪਲੈਨਿੰਗ ਹੋ ਜਾਂਦੀ ਸਾਡੇ, ਹੁਣ ਕਣਕ ਵਾਸਤੇ ਖਾਦ ਚਾਹੀਦੀ ਹੈ, ਪਹਿਲੀ ਅਸੀਂ ਗਰਾਊਂਡ ਪਲਾਨ ਭਰ ਲੈਂਦੇ ਸੀ। ਕੈਪਟਨ ਨੇ ਅਸੀਂ ਨਾਲ ਮੀਟਿੰਗ ਕੀਤੀ ਨਾ ਕੁਝ ਕੀਤਾ, ਆਪਣੇ ਲੋਕਾਂ ਨੂੰ ਆਪਣੇ ਹਾਲ ਦੀ ਛੱਡਦਾ, ਆਪਣੇ ਆਪ ਲਿਆਓ, ਕੋਈ ਰਾਜਸਥਾਨ ਤੇ ਲਿਆਓ, ਕੋਈ ਹਰਿਆਣੇ ਚ ਲਿਆਓ, ਪਰਚੇ ਹੋ ਜਾਂਦੇ, ਲੋਕਾਂ ਦਾ ਬੁਰਾ ਹਾਲ ਹੈ। ਇਹਨੂੰ ਤਾਂ ਕੋਈ ਫਿਕਰ ਨਹੀਂ। ਆਹ ਤਾਂ ਘਰੇ ਬੈਠਾ ਆਪਣੇ ਸਰਕਾਰੀ ਕੋਠੀ ਵੀ ਨਹੀਂ ਰਹਿੰਦਾ, ਉਹਨਾਂ ਨੇ ਮਹਿਲ ਬਣਾਇਆ ਨੇ ਪਹਾੜੀਆਂ 'ਚ, ਉੱਥੇ ਰਹਿੰਦਾ 1 ਸਾਲ ਹੋ ਗਏ। ਹੁਣ ਇੱਥੇ ਲੋਕੀ ਟ੍ਰੇਨਾਂ ਬੰਦ ਹੈ, ਲੋਕੀ ਸੜਕਾਂ ਤੇ ਬੈਠੇ ਆ, ਇਹਨੂੰ ਕੋਈ ਫਿਕਰ ਨਹੀਂ ਹੈ, ਕੱਲਾ ਬਿਆਨ ਦੇ ਦਿੰਦਾ। ਕਿਉਂ ਨਹੀਂ ਆ ਮੁੱਖ ਮੰਤਰੀ ਉੱਥੇ ਜਾ ਕੇ ਧਰਨਾ ਦਿੰਦਾ ਪ੍ਰਧਾਨ ਮੰਤਰੀ ਦੇ? ਕਿਉਂ ਨਹੀਂ ਪ੍ਰਧਾਨ ਮੰਤਰੀ ਦੇ ਘਰੇ ਜਾਂਦਾ? ਕਿਉਂ ਨਹੀਂ ਪ੍ਰਧਾਨ ਮੰਤਰੀ ਨੂੰ ਮਿਲ ਜਾਂਦਾ? ਇਹ ਤਾਂ ਨਕਮਾ ਬੰਦਾ ਮੈਂ ਨਹੀਂ ਦੇਖਿਆ। ਝੂਠ ਜਿੰਨੀ ਮਰਜ਼ੀ ਨਾਲ, ਆਹ ਉਹਦਾ ਮਕਸਦ ਕੀ ਹੈ ਕਾਂਗਰਸ ਦਾ? ਇਹਨਾਂ ਨੇ ਇਹਦਾ ਦੇਖੋ ਇੱਕ ਫੈਸਲਾ ਬਣਾ ਲਿਆ। ਮੈਂ ਤਾਂ ਮੈਨੂੰ ਕੋਈ ਕਾਂਗਰਸੀ ਕਰਾਇਆ, ਮੈਂ ਕਿਹਾ ਬੁਰਾ ਹਾਲ, ਕਹਿੰਦਾ ਸਾਸੀ ਦਾ ਮਨ ਬਣਾ ਲਿਆ, ਸਾਡਾ ਰਹਿ ਗਿਆ ਅਖੀਰਲਾ ਸਾਲ। ਹੁਣ ਤਾਂ 2 ਹੱਥ ਜਿੱਥੇ ਕੋਈ ਮਾਲ ਮਿਲਦਾ ਉਹ ਛੱਡ ਦੇਣੀ। ਪਹਿਲਾਂ ਤੁਹਾਡਾ ਮੰਤਰੀ ਦਾ ਕੋਈ ਚੀਜ਼ ਛੱਡ ਨਹੀਂ। ਮੈਨੂੰ ਲੱਗਦਾ ਤੁਹਾਡੇ ਰੇਤਾ ਮੈਂ ਉਹ ਛੱਡ ਗਏ, ਦਾਰੂ ਮਲਾ ਕੋਈ ਪਹਿਲਾਂ ਸਾਰਿਆਂ ਨੇ ਕਾਂਗਰਸੀ ਦੇ ਲਿਵਰ ਟੈਸਟ ਕਰਾਉਣ, ਸਾਰੇ ਜਾਣ ਵਾਲੇ ਆ। ਤੁਸੀਂ ਦੇਖੋ ਪੁਲਿਸ ਵੱਡੀ ਗੱਲ ਹੈ, ਡਰੱਗ ਜਿਹੜੀ ਮਾੜੀ ਗੱਲ ਕੀਤੀ ਇਹਨਾਂ ਨੇ, ਜਿਹਨੇ ਡਰੱਗ ਵੇਚਣ ਵਾਲੇ ਆ ਉਹਨਾਂ ਨਾਲ ਵੀ ਮਹੀਨਾ ਬਣ ਲਿਆ ਇਹਨਾਂ ਨੇ। ਜਿੰਨਾ ਸ਼ਰਿਆਮ ਥਾਣੇਦਾਰਾਂ ਨੂੰ ਪੁਲਿਸ ਵਾਲਿਆਂ ਨੂੰ ਐ ਵਰਤਦੇ ਆ ਕਿ ਜਿਵੇਂ ਉਹਨਾਂ ਦੇ ਆਪਣੇ ਮੈਨੇਜਰ ਆ ਖੇਤ ਦੇ। ਮੈਂ ਤਾਂ ਸੇਖੋ ਸਾਹਿਬ ਬੈਠੇ ਤੇ ਆਪਣੇ ਸਾਰੇ ਵੇਖਿਓ, ਜਿਹੜੇ ਅਫਸਰ ਨੇ ਨਾ ਆਪਣੇ ਨਾਲ ਧੱਕਾ ਦਿੱਤਾ ਹੈ। ਮੈਂ ਤੁਹਾਨੂੰ ਇੱਕ ਵਾਅਦਾ ਕਰਦਾ, ਤੁਹਾਨੂੰ ਪਤਾ ਮੈਂ ਜਿਹੜੀ ਵਾਅਦਾ ਕਰਦਾ ਮੈਂ ਕੁਝ ਮਰਜ਼ੀ ਹੋ ਜਾਏ ਤਾਂ ਪੂਰਾ ਕਰਦਾ ਹੁੰਦਾ। ਪਹਿਲੀ ਗੱਲ, ਜਿਹੜੇ ਅਫਸਰਾਂ ਨੇ ਐਕਟੀ ਗੰਦ ਪਾਇਆ ਨਾ, ਉਹਨਾਂ ਨੂੰ ਡਿਸਮਿਸ ਕਰਨਾ। ਐਜੇ ਝੂਠੇ ਕੇਸ ਬਜ਼ੁਰਗਾਂ ਨੂੰ, ਮਾਈਆਂ ਨੂੰ ਅੰਦਰ ਕੀਤਾ, ਬੱਚਿਆਂ ਨੂੰ ਅੰਦਰ ਕੀਤਾ। ਆ ਸੋਚਦੇ ਕਿ ਪਤਾ ਨਹੀਂ ਕੀ ਰਹੂਗਾ, ਕੋਈ ਗੱਲ ਨਹੀਂ ਅਸੀਂ ਦੂਜੇ ਜਥੇਦਾਰ ਨੂੰ ਫੜ ਲਾਂਗੇ ਤੇ ਮਿੰਤਾ ਕਰਾ ਲਾਂਗੇ ਨਾ। ਐਕਟਿਵ ਮੈਂ ਤਾਂ ਹੁਣੇ ਮੈਨੂੰ ਨਵਾਂ ਦੇ ਦਿਓ ਉਹਨਾਂ ਨੰਬਰ। ਆ ਜਿਹੜਾ ਧੱਕੇ ਕਰਨ ਵਾਲਾ ਸਿਲਸਿਲਾ ਇੱਕ ਵਾਰ ਬੰਦ ਕਰਨਾ ਹੀ ਪੈਣਾ, ਤਾਂ ਹੀ ਹੋਊਗਾ ਜੇ ਸਾਰੇ ਅੰਦਰ ਹੋਣ, ਨੌਕਰੀ ਚੋਂ ਕੱਢਣ। ਨਾਲੇ ਚੰਗਾ ਆ 400-500 ਅਫਸਰ ਜਿਹੜੇ ਅੰਦਰ ਜਾਣਗੇ ਤੇ ਨੌਕਰੀ ਨਿਕਲੇ, ਆਪਣੇ ਮੁੰਡੇ ਹੋਰ ਭਰਤੀ ਕਰ ਲਾਂਗੇ। ਬੋਲੇ ਸੋਹਣਹਾਰ। 4 ਸਾਲ ਬਰਬਾਦ ਹੋ ਗਏ, ਕਿਤੇ ਕੋਈ ਇੱਕ ਦੇਖੀ ਹੈ।
ਭੱਠੇ ਵਾਲੇ ਵੀ ਸਾਰੇ ਹੱਥ ਖੜੇ ਹੋ ਫੇਲ ਹੋਏ ਬੈਠੇ, ਨਾ ਸੀਮੈਂਟ ਦੀ ਲੋੜ ਹੈ ਨਾ ਭੱਠੇ ਦੀ ਲੋੜ ਹੈ, ਕੰਮ ਹੀ ਨਹੀਂ। ਆ ਮੈਂ ਹੁਣ ਗੁਰੂ ਸਾਹਿਬ ਤੋਂ ਟੱਪ ਗਿਆ, ਇੱਥੇ ਮਤਲਬ 100 ਕਰੋੜ ਦਾ ਕਿੰਨਾ ਦਾ ਸੀਵਰੇਜ ਦਾ ਸਿਸਟਮ, 75 ਕਰੋੜ ਦਾ ਗੁਰੂ ਸਾਹਿਬ ਆਪਣਾ ਮੇਰੇ ਹਲਕੇ ਅਰਬੀਆ ਮੰਡੀ ਮੇਰੇ ਲੰਬੀ ਆਪਣੇ ਜਲਾਲਾਬਾਦ ਦੇ ਤੇ ਅਬੋਰ 3 ਹਲਕਿਆਂ ਦੀ ਮੈਂ ਕੋਈ 250 ਕਰੋੜ ਦਾ ਮੈਂ ਪ੍ਰੋਜੈਕਟ ਕਰਕੇ ਪੈਸਾ ਦੇ ਕੇ ਚਾਲੂ ਕਰਕੇ ਸਾਰਾ ਆ ਗਿਆ। ਇਹ ਜਿਹਾ ਵਧੀਆ ਕੰਮ ਬਣਨਾ ਸੀ। ਜਾਖੜ ਤੁਸੀਂ ਦੇਖੋ ਇਹਨਾਂ ਦੀ ਸੋਚ ਕਿਹੜੀ ਹੈ। ਜਾਖੜ ਕਾਂਗਰਸ ਦਾ ਪ੍ਰਧਾਨ ਹੈ, ਕਿਉਂਕਿ ਬੋਰਡ ਦੇ ਲੋਕਾਂ ਨੂੰ ਉਹਨਾਂ ਨੇ ਵੋਟ ਨਹੀਂ ਪਾਈ, ਉਹਨੇ ਆਉਣ ਸਾਰ ਕਹਿੰਦਾ ਮੈਂ ਤਾਂ ਸੀ ਪੈਣ ਨਹੀਂ ਦੇਣਾ ਉਹਨਾਂ ਬੱਚੇ, ਉਹਦੇ ਕਰਕੇ ਸਾਡਾ ਵੀ ਗਿਆ ਮਤਲਬ ਉਹ ਵੀ ਬੰਦ ਹੋ ਗਿਆ, ਇੱਧਰ ਵੀ ਬੰਦ ਹੋ ਗਿਆ ਤੇ ਸੋਢੀ ਸਾਹਿਬ ਬੰਦ ਕਰ ਦਿੱਤੇ। ਟੈਂਡਰੀ ਪੈਸੇ ਜਿਹੜੇ ਦਿੱਤੇ ਇਹਨਾਂ ਦੇ ਦਿਲ 'ਚ ਦਰਦੀ ਹੈ ਨਹੀਂ, ਇਰਾਦਾ ਹੀ ਹੈ ਨਹੀਂ, ਲੁੱਟਣ ਦਾ ਇਰਾਦਾ ਹੈ। ਆਹ ਤਾਂ ਹੁਣ ਗਾਹਕ ਲੱਭਦੇ ਫਿਰਦੇ ਆ ਕਿ ਬੰਬਈ ਗਾਹਕ ਹੈ ਤੁਹਾਡਾ, ਛੋਟੀ ਬੰਬਈ ਪਹੁੰਚ ਜਾਂਦਾ, ਕਿਤੇ ਕਲਕੱਤੇ ਤੋਂ ਗਾਹਕ ਮਿਲੇ ਉਹ ਵੀ ਛਾੜ ਮਾਰਦੇ, ਉਹਨਾਂ ਨੂੰ ਤੁਹਾਡੇ ਵਾਸਤੇ ਨਹੀਂ ਹੈ। ਆਹ ਤਾਂ ਗਾਹਕ ਲੱਭਦੇ ਕਿੱਥੋਂ ਪੈਸੇ ਟਾਈਲਾਂ ਦੀਆਂ, ਨਾਲੇ ਉਹਨੇ ਵੀਡੀਓ ਤੇ ਉਹ ਜਾਣਗੇ ਅੰਦਰ ਤੇ ਨਾਲੇ ਸਰਪੰਚ ਆਹ ਇਹਨਾਂ ਨੂੰ ਪਤਾ ਹੈ ਆਪਾਂ ਐ ਵੀ ਰਹਿੰਦੇ ਆ, ਪਤਾ ਨਹੀਂ ਕਿ ਹੁੰਦਾ ਸੀ ਸਾਨੂੰ ਕੋਈ ਹੱਥ ਨਹੀਂ ਲਾ ਸਕਦਾ। ਆਹ ਤਾਂ ਗੱਲਾਂ ਹੁਣ ਤਾਂ ਇੱਕ ਗਰਮੀ ਰਹਿ ਗਈ ਹੈ, ਸਰਦੀ ਦਾ ਇਹ ਆ ਤਾਂ ਗਈ ਤੇ ਅਗਲੀ ਦਾ ਆਪਾਂ ਲੈ ਲਿਆ ਕੰਮ ਤੇ ਕਿੱਥੇ ਪੈਣਗੇ। ਤੁਸੀਂ ਫਰਕ ਦੇਖੋ ਗੁਰਪੁਰ ਸਾਹਿਬ, ਹੁਣ ਤਾਂ ਮੈਂ ਤੁਹਾਡਾ ਸੇਵਾਦਾਰ ਹਾਂ, ਤੁਸੀਂ ਤਾਂ ਪਹਿਲਾਂ ਦਾ ਵਧੀਆ ਹੁਣ ਪੁਰਾਣੇ ਹੁੰਦੇ ਬਾਇਲਾਰ ਟਰੈਕਟਰ ਜਿਹੜਾ ਨਾ ਖੋਪੇ ਨਾ ਕੁਝ ਕਰੇ, ਹੁਣ ਤਾਂ ਤੁਹਾਨੂੰ ਬਾਇਲਾਰ ਟਰੈਕਟਰ ਮਿਲ ਗਿਆ, ਤੁਸੀਂ ਸਰਕਾਰ ਬਣਾ ਦਿਓ, ਉਹਦਾ ਨਜ਼ਾਰਾ ਦੇਖੋ ਇੱਥੇ ਕਿਵੇਂ ਸਤਿ ਸ੍ਰੀ ਅਕਾਲ। ਆ ਜਿਹੜਾ ਮੇਰੇ ਕੋਲ ਦਰਖਾਸਤਾਂ ਹੁਣੀ ਮੇਰੇ ਕੋਲ ਲਈ ਆਉਂਦੇ ਸੀ ਪਾਈਪਾਂ ਦਾ ਕੇਸ ਹੈ, ਮੈਂ ਕਿਹਾ ਸਾਰੇ ਕਾਬੂ ਪਾਈਪਾਂ ਦਾ ਕੀ ਫਰਕ ਹੈ। ਤੁਸੀਂ ਦੇਖੋ ਇੱਥੇ ਕਿਵੇਂ ਕੱਸੀਆਂ, ਕਿਵੇਂ ਪਾਈਪਾਂ ਦਾ ਕੇਸ, ਕਿਵੇਂ ਸੜਕਾਂ, ਕਿਵੇਂ ਥੋੜੇ ਦੇ ਡਿਵੈਲਪਮੈਂਟ ਹੁੰਦੀ, ਕਿਵੇਂ ਹਸਪਤਾਲ, ਕਿਵੇਂ ਸਾਰਾ ਕੁਝ ਮੈਂ ਕਰਕੇ ਦਿਖਾਊਂਗਾ ਕਿ ਤੁਹਾਨੂੰ ਪਤਾ ਲੱਗ ਜੂਗਾ ਕਿ ਕੰਮ ਹੋ ਸਕਦਾ ਹੈ, ਸਾਰਾ ਕੁਝ ਹੋ ਸਕਦਾ ਹੈ ਜੇ ਨੀਅਤ ਸਾਫ਼ ਹੈ। ਅੱਜ ਦਾ 1 ਸਾਲ ਹੈ, ਆਹ 1 ਸਾਲ ਮਿਹਨਤ ਕਰਨ ਦੀ ਲੋੜ ਹੈ। ਜਿਹੜੇ ਆਪਾਂ ਸੈਕਟਰ ਪ੍ਰਧਾਨ ਬਣਾਏ, ਜਿਹੜੇ ਆਪਾਂ ਜ਼ੂ ਦੇ ਪ੍ਰਧਾਨ ਬਣਾਏ, ਜਿਹੜੇ ਆਪਾਂ ਐਸੀ ਵਿੰਗ ਦੇ ਸਾਰੇ ਵਿੰਗਾਂ ਦੇ ਪ੍ਰਧਾਨ ਬਣਾਏ ਆ, ਤੁਸੀਂ ਸਾਰੇ 51 ਮੈਂਬਰ ਦੀ ਆਪਣੀ ਜਥੇਬੰਦੀ ਬਣਾਓ, ਪਿੰਡ ਦਾ ਬੂਥ ਬਣਾਓ। ਆਹ ਜੰਗ ਹੈ, ਆਪਣੀ ਕਿਸਮਤ ਤੁਹਾਡੇ ਹੱਥ ਹੈ, ਬਣਾਉਣੀ ਵੀ ਤੁਹਾਡੇ ਹੱਥ ਹੈ, ਬਚਾਉਣੀ ਵੀ ਤੁਹਾਡੇ ਹੱਥ ਹੈ। ਇਹ ਤੋਂ ਵਧੀਆ ਮੌਕਾ ਨਹੀਂ ਮਿਲ ਸਕਦਾ। ਆਹ ਕਿਸਮਤ 1 ਸਾਲ ਮਿਹਨਤ ਕਰ ਲਓ। ਪਿਛਲੀ ਵਾਰ ਤੱਕ 10 ਸਾਲ ਕਾਂਗਰਸ ਨੇ ਇਹ ਐਤਕੀ ਤਾਂ ਮੈਨੂੰ ਜਮਾ ਨਹੀਂ ਹੋਣੀ, ਕਿਉਂਕਿ ਜਿਹੜੀਆਂ ਕਰਤੂਤਾਂ ਹੋਣਾ ਕਿਸੇ ਨੇ ਕਾਂਗਰਸ ਹੋਣੀ ਹੈ। ਆਪਣੀਆਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਥੱਲੇ, ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਮੈਨੂੰ ਇੱਕ ਗੱਲ ਸਿਖਾਈ ਹੈ ਕਿ ਪੱਲੇ ਬਣੀ ਹੈ ਕਿ ਪੰਜਾਬ ਵਿੱਚ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਰੱਖਣਾ ਬਹੁਤ ਜ਼ਰੂਰੀ ਹੈ, ਤਾਂ ਹੀ ਪੰਜਾਬ ਤਰੱਕੀ ਕਰੂਗਾ। ਸਾਰੇ ਧਰਮਾਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ। ਆਹ ਸੋਚ ਲੈ ਕੇ ਚੱਲੇ ਨਾਲੇ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਮਤਲਬ ਕੱਲਾ ਹੀ ਤਗੜਾ ਹੈ। ਲਾਲ ਕੀ ਰਿਸ਼ਤੇ ਦੀ ਮਾਨਸਾ ਆਪਣੇ ਜਿਹੜੇ 3 ਸੀਟਾਂ ਹੋਰ ਵੱਧ ਗਈਆਂ ਆਪਣੀਆਂ, ਇਹ ਬਲਾ 23 ਸੀਟਾਂ ਪੰਜਾਬ ਮੈਂ ਤਾਂ ਅੱਜ ਕਰਨ ਕੀ ਮੈਂ ਗਿਆ ਜਾਂ ਗੱਲ ਕਰ ਰਿਹਾ ਸੀ, ਬੈਠੇ ਹਿਸਾਬ ਲਾ ਰਹੇ 9 ਸੀਟਾਂ ਫਿਰੋਜ਼ਪੁਰ ਪਾਰਲੀਮੈਂਟ ਦੀਆਂ, 9 ਸੀਟਾਂ ਫਰੀਦਕੋਟ ਪਾਰਲੀਮੈਂਟ ਦੀਆਂ, 9 ਸੀਟਾਂ ਬਠਿੰਡੇ ਪਾਰਲੀਮੈਂਟ ਦੀਆਂ, ਆ ਬਣ ਜਾਂਦੀਆਂ 27 ਸੀਟਾਂ। ਮੈਂ ਜੋੜਿਆ ਸੀ 27 ਸੀਟਾਂ ਤੋਂ ਮੈਂ ਦੇਖਿਆ ਕਿੰਨੀਆਂ ਆਪਾਂ ਜਿੱਤ ਸਕਦੇ ਹਾਂ। ਮੈਂ ਦੇਖਿਆ 27 ਸੀਟਾਂ ਚੋਂ ਮੈਨੂੰ ਲੱਗਦਾ 22, 23, 24 ਤੱਕ ਗੱਲ ਜਾ ਸਕਦੀ ਆਪਣੀ, ਇਹ ਜਿਹਾ ਮਾਹੌਲ ਅਕਲੇ ਮੈਂ 3 ਪਾਰਲੀਮੈਂਟ ਦੀ ਗੱਲ ਕਰਾਂ। ਮਾਝਾ ਪੂਜਾ ਦਾ ਕੰਮ ਵਧੀਆ ਉੱਥੇ, ਮਾਝਾ ਦੇ ਦੇ ਪਾਸੇ, ਬਾਕੀ ਤਾਂ ਮੈਂ ਹਿਸਾਬ ਹੀ ਨਹੀਂ ਜੋੜ ਲੱਗਿਆ, ਪਹਿਲਾਂ ਮੈਂ ਕਿਹਾ ਇੱਥੇ ਠੀਕ ਲੈ ਆਪਾਂ ਸਾਰੇ ਮਿਹਨਤ ਕਰੀਏ, ਇਕੱਠੇ ਰਹੀਏ। ਇੱਕ ਮਾਨ ਸਾਹਿਬ ਨੂੰ ਵੀ ਹੁਣ ਗੋਡੀ ਫੜ ਲਾ ਸਾਰਾ ਦੇ ਕੋਈ ਨਾ ਟੱਪਾ ਦੇ ਟੱਪਣ ਨਹੀਂ ਪੈਂਦੀ ਗੁੱਡ ਬਾਬਾ ਹੁੰਦਾ ਪਰ ਇਹ ਤਾਂ ਜਿੱਤਣਾ ਕੋਈ ਮਰਜ਼ੀ ਹੋ ਜੇ। ਸਾਰਾ ਸੇਖੋ ਸਾਹਿਬ ਸਾਰੀ ਟੀਮ ਇਕੱਠੀ ਹੈ। ਮੈਂ ਸੇਖੋ ਸਾਹਿਬ ਦੀ ਪੂਰੀ ਡਿਊਟੀ ਲੈ ਗਿਆ। ਪੁਰਾਣੇ ਸੇਖੋ ਸਾਹਿਬ ਮਿਲਦਾ ਫਿਰੋਜ਼ਪੁਰ ਮਿਲਦਾ ਇੱਕ ਇਰੀਗੇਸ਼ਨ ਮਹਿਕਮਾ ਤੇ ਫਿਰੋਜ਼ਪੁਰ ਸੇਖੋ ਸਾਹਿਬ ਦਾ ਪੱਕਾ ਹੀ ਹੈ।
ਉਹ ਡੈਪੂਟੇਸ਼ਨ ਤੇ ਅਸੀਂ ਸੈਰ ਕਰਾਉਣ ਵਾਸਤੇ ਲੈ ਕੇ ਗਏ ਸੀ ਬਠਿੰਡੇ ਸੈਕਟਰ ਸਾਹਿਬ ਪੱਕੇ ਹੁੰਦੀ ਹੈ ਮੇਰੇ ਨਾਲ ਤਾਂ ਜੀ ਜਿਹੜੇ ਮੇਰੇ ਨਾਲ ਦੇ ਸੀ ਸੰਕੇ ਦੇ ਜਿਹੜੇ 40 ਕੇ 50 ਬੰਦੇ ਸੀ ਜਿਨ੍ਹਾਂ ਨੇ ਕੰਮ ਕੀਤਾ ਉਹ ਵਿਚਾਰੇ ਸਾਰੇ ਹੀ ਚਲੇ ਗਏ ਅੱਛਾ ਇੱਕ ਮਿੰਟ ਦੱਸਿਓ ਆ ਬਾਦਲ ਸਾਹਿਬ ਦੇ ਟਾਈਮ ਤੁਹਾਡੇ ਟਾਈਮ 'ਚ ਜਿਹੜੇ ਆਪਣੇ ਮੋਰਚਿਆਂ ਚ ਕੋ ਗਏ ਸੀ ਪੰਜਾਬੀ ਸਭ ਕੋ ਹੈ ਜੋ ਹੈਗੇ ਤੋੜੇ ਵਾਲੇ ਹੈਗੇ ਆ। ਉਹ ਜਿਹੜੇ ਹੈਗੇ ਨਾ ਉਹਨੂੰ ਸੰਭਾਲ ਕੇ ਰੱਖੋ ਆਪਾਂ 12 ਤਰੀਕ ਨੂੰ ਉਹ ਤੇ ਸਨਮਾਨ ਕਰਨਾ ਉਹ ਜਿਹੜੇ ਆਪਣੇ ਨਾ ਜਿਹੜੇ ਆਪ ਗਏ ਪਰਿਵਾਰ ਨੂੰ ਜਿਹੜੇ ਆਪ ਗਏ ਉਹਨੂੰ ਆਪਾਂ ਉੱਥੇ ਲੱਗੇ ਹੋਰ ਬਾਕੀ ਸਾਰੇ ਕਾਇਮ ਹੋ ਸਾਰੇ ਬਿਲਕੁਲ ਪੂਰਾ ਪੂਰਾ ਐਕਟਿਵ ਰਾਣੇ ਨੂੰ ਨਿਕਲਣ ਦਾ ਕੋਈ ਮਰਜ਼ੀ ਹੋ ਫੌਜਾਂ ਦਾ ਹੁਣ ਬਹਿ ਕੇ ਰਹਿਣੀ ਆਪਾਂ ਦਾ ਉਹ ਜਿਵੇਂ ਟਰੰਪ ਨਾ ਛੱਡ ਹੀ ਨਹੀਂ ਗਿਆ ਉਹ ਕਹਿੰਦਾ ਮੈਂ ਤਾਂ ਛੱਡਦਾ ਹੀ ਨਹੀਂ ਆਪਾਂ ਜਿੱਤ ਕੇ ਹੀ ਹੋਣਾ ਨਹੀਂ ਹੁਣ ਤਾਂ ਹੋਣਾ ਹੀ ਨਹੀਂ ਘਰੇ ਬਣਾਈ ਥੋੜਾ ਜਿਹਾ ਲੋਨੀ ਦਾ ਕਰੰਟ ਘੱਟ ਕਰ ਦਿਓ ਬਾਕੀ ਮੈਂ ਦੇਖਿਆ ਹੁਣ ਤਾਂ ਕੋਈ ਨਹੀਂ ਫੜ ਸਾਰੇ ਸਿਆ ਸਾਰਾ ਇਕੱਠੇ ਟੀਮ ਆਪਾਂ ਜੇ ਸਰਕਾਰ ਨੂੰ ਸਾਰਾ ਨੂੰ ਫਾਇਦਾ ਹੁੰਦਾ ਵੀ ਆਪ ਨੂੰ ਟੈਨਸ਼ਨ ਹੋ ਜਾਂਦੀ ਹੈ ਕਿ ਪੁਲਿਸ ਵਾਲਾ ਕੋਈ ਆ ਗਿਆ ਹੋਣਾ ਘੱਟ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ